ਐਕਚੁਅਲੀ ਜਦੋਂ ਮੇਰੀ ਡਾਟਰ ਨੂੰ ਇਹ ਪ੍ਰੋਬਲਮ ਹੋਈ ਉਹ 1 ਸਾਲ ਔਰ ਕੁਝ ਮਹੀਨਿਆਂ ਦੀ ਸੀ ਔਰ ਉਸ ਟਾਈਮ ਨਾਰਮਲੀ ਆਪਾਂ ਪੇਰੈਂਟਸ ਵੀਟ ਸ਼ੁਰੂ ਕਰ ਦਿੰਦੇ ਹਾਂ ਕਿ ਸਾਲ ਸਵਾ ਸਾਲ ਦਾ ਬੱਚਾ ਹੋ ਗਿਆ ਇਹਨੂੰ ਵੀਟ ਦੇਣਾ ਸ਼ੁਰੂ ਕਰੋ। ਐਕਚੁਅਲੀ ਮੇਰਾ ਬੇਟਾ 2 ਤੋਂ 3 ਸਾਲ ਦੀ ਏਜ ਤੱਕ ਵੀ ਵੀਟ ਕੰਜ਼ਿਊਮ ਨਹੀਂ ਸੀ ਕਰਦਾ। ਗੁਰਦੁਆਰਾ ਮੰਦਿਰ ਹਸਪੀਟਲ ਹਰ ਜਗ੍ਹਾ ਐਡਮਿਟ ਹੁੰਦੀ ਸੀ ਮੇਰੀ ਡਾਟਰ ਐਂਡ ਇੱਕ ਦਿਨ ਤਾਂ ਇਹੋ ਜਿਹੀ ਬੁਰੀ ਕੰਡੀਸ਼ਨ ਸੀ ਕਿ ਮੈਂ ਖੁਦ ਰੋਂਦੀ ਸੀ ਕਿ ਪਤਾ ਨਹੀਂ ਬਾਬਾ ਜਾਂ ਤਾਂ ਇਹਨੂੰ ਸਾਂਭ ਤੇ ਜਾਂ ਇਹਨੂੰ ਠੀਕ ਕਰ। ਮੇਰੀ ਬਿਲਕੁਲ ਇੱਕ ਨੇਬਰ ਦੋਸਤ ਹੈ ਜੋ ਡੀਐਮਸੀ 'ਚ ਕੰਮ ਕਰਦੇ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਡਾਕਟਰ ਐਚ.ਐਸ. ਬੈਂਸ ਹੈ ਚਾਈਲਡ ਸਪੈਸ਼ਲਿਸਟ ਉਹਨਾਂ ਕੋਲ ਲੈ ਜਾ ਚੈੱਕ ਕਰਾ ਲੈ ਲਾਸਟ ਇੱਕ ਵਾਰੀ ਹੋਰ ਦੇਖ ਲੈ। ਉਸ ਟਾਈਮ ਉੱਥੇ ਡੀਐਮਸੀ 'ਚ 10 ਰੁਪਏ ਦੀ ਪਰਚੀ ਕਰਦੀ ਸੀ। ਜਨਰਲ ਓਪੀਡੀ 'ਚ ਮੈਂ ਆਪਣੀ ਬੇਟੀ ਨੂੰ ਲੈ ਕੇ ਗਈ ਹਾਂ ਔਰ ਡਾਕਟਰ ਐਚ.ਐਸ. ਬੈਂਸ ਸੀ ਉਹਨਾਂ ਨੇ ਮੇਰੀ ਬੇਟੀ ਨੂੰ ਦੇਖਿਆ ਉਹਨਾਂ ਨੇ ਹਿਸਟਰੀ ਲਿਖੀ ਐਂਡ ਸਾਰਾ ਕੁਝ ਪੁੱਛਿਆ ਕਾਫੀ ਕੁਝ ਟੈਸਟ ਵੀ ਹੋਏ। ਇੰਨਾ ਵੀ ਫਾਈਨੈਂਸ਼ਲੀ ਸਾਡਾ ਸਟਰੋਂਗ ਨਹੀਂ ਸੀਗੇ ਬਟ ਡਾਕਟਰ ਸਾਹਿਬ ਨੇ ਕਿਹਾ ਕਿ 20-25-30 ਹਜ਼ਾਰ ਤਾਂ ਲੱਗੇਗਾ ਬੇਟਾ ਅਗਰ ਤੁਸੀਂ ਕਰਾਉਣਾ ਚਾਹੁੰਦੇ ਹੋ ਤੇ ਪਹਿਲਾਂ ਮਨ ਬਣਾ ਲਓ। ਤੇ ਮੈਂ ਹਸਬੈਂਡ ਨੂੰ ਕਾਲ ਕੀਤੀ ਮੈਨੂੰ ਕਹਿੰਦੇ ਤੂੰ ਕਰਾ ਲੈ ਕੋਈ ਗੱਲ ਨਹੀਂ ਆਪਾਂ ਮੈਨੇਜ ਕਰਾਂਗੇ। ਤੇ ਜਦੋਂ ਸਾਰੇ ਟੈਸਟ ਹੋ ਗਏ ਔਰ ਸਾਰੇ ਟੈਸਟ ਠੀਕ ਆ ਗਏ ਮੇਰੇ ਲਈ ਹੋਰ ਦੁਵਿਧਾ ਵੱਧ ਗਈ ਕਿ ਯਾਰ ਇਹਨੂੰ ਤਾਂ ਫਿਰ ਨਹੀਂ ਕੋਈ ਪ੍ਰੋਬਲਮ ਤੇ ਇਹਨੂੰ ਦਿੱਕਤ ਕੀ ਹੈ। ਤੇ ਡਾਕਟਰ ਸਾਹਿਬ ਨੇ ਕਿਹਾ ਕਿ ਇੱਕ ਨਾ ਵੀਟ ਐਲਰਜੀ ਦਾ ਟੈਸਟ ਹੈ TTG ਦਾ ਆਪਾਂ ਉਹ ਕਰਾ ਕੇ ਦੇਖਦੇ ਹਾਂ ਸ਼ਾਇਦ ਮੈਨੂੰ ਲੱਗਦਾ ਤੇਰੀ ਬੇਟੀ ਨੂੰ ਸਿੰਪਟਮ ਹੈਗੇ ਆ। ਚਲੋ ਆਪਾਂ ਉਹ ਟੈਸਟ ਦੇ ਦਿੱਤਾ 3 ਦਿਨ ਬਾਅਦ ਰਿਪੋਰਟ ਆਣੀ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ 3 ਦਿਨ ਬਾਅਦ ਆਈ ਬੇਟਾ ਅਸੀਂ ਰਿਪੋਰਟ ਚੈੱਕ ਕਰਾਂਗੇ ਤੇ ਨਾਰਮਲ ਥੋੜੀ ਬਹੁਤ ਡਾਈਟ ਲਾਈਟ ਦੇਈ ਇਹਨੂੰ ਜ਼ਿਆਦਾ ਨਾ ਦੇਈ ਮੈਂ ਵੀ ਨਾਰਮਲ ਦਿੱਤੀ ਹੈ ਨਾ। ਬਟ ਜਦੋਂ 3 ਦਿਨ ਬਾਅਦ ਮੈਨੂੰ DMC ਦੀ ਕਾਲ ਆਈ ਨਾ ਮੇਰੇ ਲਈ ਉਹ ਸਭ ਤੋਂ ਜ਼ਿਆਦਾ ਸ਼ੌਕਿੰਗ ਸੀ। ਤਾਂ ਮੈਂ ਆਪਣੇ ਆਪ ਨੂੰ ਜਿਵੇਂ ਬੰਦਾ ਕਹਿੰਦਾ ਐਨਾਲਾਈਜ਼ ਕਰਨਾ ਸ਼ੁਰੂ ਕੀਤਾ ਕਿ ਯਾਰ ਇਹਨੂੰ ਕੀ ਪ੍ਰੋਬਲਮ ਹੈ ਨਾ। ਤਾਂ ਮੈਂ ਉਦੋਂ ਅੰਕਲ ਦੀ ਉਹ ਗੱਲ ਯਾਦ ਆਈ ਕਿ ਵੀਟ ਐਲਰਜੀ ਤਾਂ ਨਹੀਂ ਹੈ। ਤਾਂ ਮੈਂ ਬੈਠੀ ਕਹਾਂ ਹੈ ਮਾਤਾ ਰਾਣੀ ਵੀਟ ਐਲਰਜੀ ਨਿਕਲ ਆਏ ਕੁਛ ਤਾਂ ਨਿਕਲ ਆਏ ਕਿ ਮੇਰੀ ਬੇਟੀ ਨੂੰ ਕੁਛ ਤਾਂ ਪਤਾ ਲੱਗੇ ਮੈਨੂੰ ਕੋਈ ਤਾਂ ਰਾਹ ਮਿਲੇ। ਔਰ ਅੰਦਰ ਗਿਆ ਡਾਕਟਰ ਸਾਹਿਬ ਨੇ ਕਿਹਾ ਤੇਰੀ ਬੇਟੀ ਨੂੰ ਨਾ ਵੀਟ ਐਲਰਜੀ ਹੈ। ਅਸੀਂ ਬੜਾ ਜੈਨੂਨ ਚਲੋ ਠੀਕ ਹੈ ਕਹਿੰਦੇ ਬੇਟਾ ਠੀਕ ਨਹੀਂ ਹੈ ਹੁਣ ਤਾਂ ਤੇਰਾ ਸਟਰਗਲ ਸ਼ੁਰੂ ਹੋ ਗਿਆ ਵੀਟ ਐਲਰਜੀ ਦੇ ਵਿੱਚ ਤੂੰ ਵੀਟ ਦੀ ਡਸਟ ਵੀ ਨਹੀਂ ਦੇਣੀ। ਜਦੋਂ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਐਂਡ ਲਿਟਰਲੀ ਅਸੀਂ ਮੀਆਂ ਬੀਵੀ ਰੋ ਰਹੇ ਸੀ। ਉਹਦੀ ਤਾਂ ਲਾਈਫ ਸਟਾਰਟ ਹੈ ਨਾ ਤੇ ਉਹਨੂੰ ਅਸੀਂ ਖਾਣ ਨੂੰ ਕੀ ਦੇਵਾਂਗੇ। ਜਦੋਂ ਉਹਨਾਂ ਨੇ ਮੈਨੂੰ ਕਿਹਾ ਇਹਨੂੰ ਮੱਕੀ ਦਾ ਆਟਾ ਦੇ ਬੇਸਨ ਦੇ ਦੇ ਤੇ ਦਾਲਾਂ ਦੇ ਸਕਦੀਆਂ ਸਬਜ਼ੀਆਂ ਬਟ ਇੱਕ ਮਾਈਂਡ ਹੋ ਗਿਆ ਨਾ ਇਹਦੀ ਇੰਡੋਸਕੋਪੀ ਵੀ ਕਰਾ ਲਓ ਕਿ ਇਹ ਹੋਲ ਲਾਈਫ ਲਈ ਹੈ। 1.5 ਸਾਲ ਦੇ ਬੱਚੇ ਦੀ ਇੰਡੋਸਕੋਪੀ ਕਰਾਉਣਾ ਤੁਸੀਂ ਸੋਚ ਸਕਦੇ ਵੀ ਮੇਰੇ ਲਈ ਕਿੰਨੀ ਵੱਡੀ ਗੱਲ ਸੀ ਬਟ ਫਿਰ ਵੀ ਅਸੀਂ ਮਨ ਪੱਕਾ ਕੀਤਾ ਕਿ ਨਹੀਂ ਯਾਰ ਹੁਣ ਕਰਾਉਣੀ ਹੈ। ਹੁਣ ਤਾਂ ਲਿਮਟ ਹੀ 3 ਸਾਲ ਦੀ ਹੋ ਗਈ ਕਿ ਛੋਟੇ ਬੱਚੇ ਦੀ ਇੰਡੋਸਕੋਪੀ ਹੁੰਦੀ ਨਹੀਂ। ਮੈਂ 1.5 ਸਾਲ ਦੀ ਬੱਚੀ ਦੀ ਇੰਡੋਸਕੋਪੀ ਖੁਦ ਖੜੇ ਹੋ ਕੇ ਕਰਾਈ। ਉਸ ਟਾਈਮ ਡਾਕਟਰ ਸਿੱਧੂ ਨੇ ਉਹਨਾਂ ਦੀ ਇਹਦੀ ਇੰਡੋਸਕੋਪੀ ਕੀਤੀ ਸੀ। ਅਮਰੀਕਾ ਦੇ ਵਿੱਚ ਇੱਕ ਕੈਲੀਫੋਰਨੀਆ ਸਿਟੀ ਹੈ ਉਹਦੇ ਵਿੱਚ ਇਹਨਾਂ ਦੇ ਚਿਪਸ ਵਗੈਰਾ ਮਿਲਦੇ ਸੀ ਐਂਡ ਛੋਟੇ ਛੋਟੇ ਬਿਸਕਿਟ ਸਮਾਨ 2-4 ਚੀਜ਼ਾਂ ਇਹਨਾਂ ਦੀਆਂ ਮਿਲਦੀਆਂ ਪਾਸਤਾ ਮਿਲਦਾ ਸੀ ਨੂਡਲਸ ਬਟ ਜਿੱਦਾਂ ਹੁਣ ਉੱਥੋਂ ਸਮਾਨ ਲਿਆਂਦਾ ਉਹ ਬਹੁਤ ਐਕਸਪੈਂਸਿਵ ਨੋਰਮਲ ਰੇਂਜ ਤਾਂ ਹੈ ਹੀ ਨਹੀਂ ਸੀਗੀ। ਠੀਕ ਹੈ ਪੋਕਟ ਅਫੋਰਡ ਨਹੀਂ ਕਰਦੀ ਸੀ ਤਾਂ ਵੀ ਲੋਕਾਂ ਦੀਆਂ ਮਿੰਨਤਾਂ ਮਾਰਦੇ ਸੀ ਕਿ ਕੋਈ ਅਮਰੀਕਾ ਤੋਂ ਆ ਰਿਹਾ ਕੋਈ ਆਸਟ੍ਰੇਲੀਆ ਤੋਂ ਆ ਰਿਹਾ ਪਲੀਜ਼ ਆ ਸਮਾਨ ਲੈ ਆਇਓ। ਮਤਲਬ ਸਮਝ ਲਓ ਉਹ ਮੰਗਣ ਵਾਲੀ ਹਾਲਤ ਹੁੰਦੀ ਸੀ ਸਾਡੀ ਕਿ ਅਸੀਂ ਪੇ ਕਰਕੇ ਵੀ ਮੰਗਦੇ ਸੀ ਕਿ ਪਲੀਜ਼ ਲਿਆ ਦਿਓ ਕਿਉਂਕਿ ਉਸ ਟਾਈਮ ਉਹਨਾਂ ਦੀ ਲਿਮਟ ਹੁੰਦੀ ਵੀ ਇੰਨਾ ਸਮਾਨ ਲਿਆ ਸਕਦੇ। ਅਗਲਾ ਸੋਚਦਾ ਮੈਂ ਆਪਣੀ ਫੈਮਿਲੀ ਲਈ ਲਿਆਵਾਂ ਕਿ ਤੇਰੇ ਲਈ ਲਿਆਵਾਂ। ਜਿਹੜਾ ਅੱਜ ਪੂਰਾ ਗਲੂਟਨ ਫ੍ਰੀ ਯੂਨਿਟ ਮੈਂ ਖੜਾ ਕੀਤਾ ਉਹਨੂੰ ਬਹੁਤ ਸਾਲ ਲੱਗੇ ਬਹੁਤ ਜ਼ਿਆਦਾ ਸਟਰਗਲ ਕੀਤਾ ਐਂਡ ਬਹੁਤ ਕੁਝ ਖਰਾਬ ਕੀਤਾ ਬਹੁਤ ਕੁਝ ਠੀਕ ਕੀਤਾ ਐਂਡ ਮੇਰਾ ਇੱਕੋ ਹੀ ਸਭ ਤੋਂ ਵੱਡਾ ਜ਼ਿੰਦਗੀ ਦਾ ਇੱਕ ਮੈਂ ਟਾਰਗੇਟ ਰੱਖਿਆ ਸੀ ਕਿ ਮੈਂ ਆਪਣੇ ਪ੍ਰੋਡਕਟ ਦੇ ਵਿੱਚ ਕੈਮੀਕਲ ਐਡ ਆਨ ਨਹੀਂ ਕਰਨੇ ਸਟਾਰਚਿਸ ਗਮਸ ਇਹ ਉਹ ਨਹੀਂ। ਇਹਨਾਂ ਕਰਕੇ ਆਲਰੇਡੀ ਸਾਡੇ ਬੱਚਿਆਂ ਨੂੰ ਪ੍ਰੋਬਲਮ ਹੋਈ ਹੈ ਨਾ। ਤੇ ਮੈਂ ਉਸ ਚੀਜ਼ ਨੂੰ ਲੈ ਕੇ ਚੱਲਦੀ ਗਈ ਡੇ ਬਾਏ ਹੌਲੀ ਹੌਲੀ 1-2-4 ਬ੍ਰੈਡ ਬਣਾਉਂਦਿਆਂ ਮੈਨੂੰ ਖੁਦ ਨੂੰ 8 ਸਾਲ ਲੱਗ ਗਏ ਬਟ ਮੈਂ ਵਿਦਾਊਟ ਐਨੀ ਕੈਮੀਕਲ ਸਿਰਫ ਗ੍ਰੇਨਸ ਦੇ ਨਾਲ ਬ੍ਰੈਡ ਬਣੀ। 1.5 ਸਾਲ ਦਾ ਉਹ ਬੱਚੇ ਨੇ ਵੀਟ ਛੱਡੀ ਹੈ ਅੱਜ ਤੱਕ ਉਹ ਵੀਟ ਕਦੇ ਵੀ ਟੱਚ ਨਹੀਂ ਕੀਤਾ ਉਹਨੇ ਟੇਸਟ ਨਹੀਂ ਕੀਤਾ ਐਂਡ ਉਹ ਮੇਰਾ ਬੱਚਾ ਛੋਟਾ ਜਿਹਾ ਬੱਚਾ ਮੇਕਅਪ ਆਰਟਿਸਟ ਹੈ ਜੀ ਐਂਡ ਉਹਨੂੰ ਦੇਖੋ ਉਹ ਇਹ ਬੱਚੇ ਇੰਨੇ ਜ਼ਿਆਦਾ ਐਨਰਜਿਕ ਹੈ ਇੰਨੇ ਜ਼ਿਆਦਾ ਇਹਨਾਂ ਦੀ ਕੈਚਿੰਗ ਪਾਵਰ ਹੈ ਕਿ ਤੁਸੀਂ ਅਗਰ ਉਹ 17 ਸਾਲ ਦੇ ਬੱਚੇ ਨੇ ਆਫੀਸ਼ੀਅਲੀ ਮੇਕਅਪ ਆਰਟਿਸਟ ਦਾ ਕੰਮ ਸਟਾਰਟ ਕਰਤਾ ਅੱਜ ਉਹ ਬ੍ਰਾਈਡਲ ਸਪੈਸ਼ਲਿਸਟ ਹੈ। ਉਹ ਇੱਕ 19-20 ਸਾਲ ਦਾ ਬੱਚਾ ਬ੍ਰਾਈਡਲਸ ਨੂੰ ਰੈਡੀ ਕਰਦਾ ਤਾਂ ਮੇਰੇ ਲਈ ਬਹੁਤ ਪ੍ਰਾਊਡ ਹੈ। ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਸੋ ਦੋਸਤੋ ਅਗਰ ਗੱਲ ਕਰੀਏ ਕੋਵਿਡ ਦੀ ਤਾਂ ਸ਼ਾਇਦ ਕੋਈ ਪਰਸਨ ਇੱਦਾਂ ਦਾ ਹੋਏਗਾ ਜਿਸ ਨੂੰ ਇਸ ਬਿਮਾਰੀ ਬਾਰੇ ਪਤਾ ਨਾ ਹੋਵੇ ਲੇਕਿਨ ਅੱਜ ਤੋਂ 2 ਸਾਲ ਪਹਿਲਾਂ ਜਦੋਂ ਇਹ ਬਿਮਾਰੀ ਆਈ ਤਾਂ ਸਭ ਤੋਂ ਪਹਿਲਾਂ
ਪੇਰੈਂਟਸ ਡਰੇ ਸੀਗੇ ਕਿਉਂਕਿ ਇਹ ਬਿਮਾਰੀ ਜਿਹੜੀ ਹੈ ਇਨਸਾਨਾਂ ਨੂੰ ਹੀ ਇਨਸਾਨਾਂ ਦੇ ਨਾਲ ਹੋ ਰਹੀ ਸੀ ਔਰ ਪੇਰੈਂਟਸ ਨੂੰ ਡਰ ਹੁੰਦਾ ਸੀਗਾ ਕਿ ਕਿੱਥੇ ਉਹਨਾਂ ਦੇ ਬੱਚੇ ਨੂੰ ਇਹ ਪ੍ਰੋਬਲਮ ਨਾ ਹੋ ਜਾਵੇ ਕਿਉਂਕਿ ਪੇਰੈਂਟਸ ਜਿਹੜੇ ਹੁੰਦੇ ਨੇ ਆਪਣੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ। ਇੱਦਾਂ ਦੀ ਇੱਕ ਬਿਮਾਰੀ ਅੱਜ ਤੋਂ 18 ਸਾਲ ਪਹਿਲਾਂ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਪ੍ਰਭਜੋਤ ਘਰ ਦੇ ਵੀ ਆਈ। ਤੁਹਾਨੂੰ ਦੱਸਦਾ ਕਿ ਉਹਨਾਂ ਦੀ ਬੇਟੀ ਦੇ ਕੋਲ ਵੀ ਇਹੋ ਜਿਹੀ ਬਿਮਾਰੀ ਆਈ ਜਿਸ ਵਿੱਚ ਉਸ ਦੀ ਜਾਨ ਬਚਣਾ ਹੀ ਬਿਲਕੁਲ ਨਾਮੁਮਕਿਨ ਹੋ ਚੁੱਕਿਆ ਸੀਗਾ। ਕਿ ਗੁਰਦੁਆਰੇ ਕੀ ਮੰਦਰ ਹਰ ਜਗ੍ਹਾ ਤੇ ਉਹ ਜਾ ਕੇ ਆਏ ਲੇਕਿਨ ਫਿਰ ਵੀ ਗੱਲਬਾਤ ਨਹੀਂ ਬਣੀ। ਲੇਕਿਨ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਉਹ ਪੇਰੈਂਟਸ ਜਿਹੜੇ ਨੇ ਆਪ ਹੀ ਆਪਣੇ ਬੱਚੇ ਦੇ ਡਾਕਟਰ ਬਣੇ। ਇਸ ਤੋਂ ਇਲਾਵਾ ਤੁਹਾਨੂੰ ਦੱਸਦਾ ਕਿ ਉਸ ਸਮੇਂ ਦੇ ਵਿੱਚ ਯਾਨੀ ਕਿ ਅੱਜ ਤੋਂ 18 ਸਾਲ ਪਹਿਲਾਂ ਜਿਸ ਸਮੇਂ ਨਾ ਸੋਸ਼ਲ ਮੀਡੀਆ ਹੁੰਦਾ ਸੀ, ਨਾ ਫੇਸਬੁੱਕ ਹੁੰਦਾ ਸੀ, ਨਾ ਇੰਸਟਾਗ੍ਰਾਮ ਹੁੰਦਾ ਸੀਗਾ, ਲੇਕਿਨ ਇਹੋ ਜਿਹੀ ਬਿਮਾਰੀ ਜਿਸ ਵਾਸਤੇ ਉਸਦੇ ਪ੍ਰੋਡਕਟ ਵੀ ਜਿਹੜੇ ਮੰਗਾਏ ਜਾਂਦੇ ਸੀ, ਜਦੋਂ ਇਸ ਬਿਮਾਰੀ ਬਾਰੇ ਪਤਾ ਚੱਲਿਆ ਤਾਂ ਉਹ ਵੀ ਆਪਣੇ ਦੇਸ਼ ਤੋਂ ਨਹੀਂ ਬਲਕਿ ਵਿਦੇਸ਼ ਤੋਂ ਆਉਂਦੇ ਸੀ, ਅਮਰੀਕਾ ਤੇ ਆਸਟ੍ਰੇਲੀਆ ਤੋਂ। ਔਰ ਉਸ ਦੀ ਡਿਲੀਵਰੀ ਨਾ ਕੇਵਲ ਪੰਜਾਬ ਤੇ ਹੋ ਕੇ ਬਲਕਿ ਪੇਰੈਂਟਸ ਨੂੰ ਦਿੱਲੀ ਤੱਕ ਜਾਣਾ ਪੈਂਦਾ ਸੀਗਾ। ਮੈਂ ਗੱਲ ਕਰ ਰਿਹਾ ਜੀ, ਬਿਮਾਰੀ ਦਾ ਨਾਮ ਸੀ ਵੀਟ ਐਲਰਜੀ ਤੇ ਉਸ ਦੇ ਪੇਰੈਂਟਸ ਨੇ ਅੱਜ ਦੇ ਸਮੇਂ ਦੇ ਵਿੱਚ ਆਪਣੀ ਬੇਟੇ ਦੀ ਇੱਕ ਯੂਨਿਟ ਤਿਆਰ ਕੀਤੀ ਜਿਸ ਦਾ ਨਾਮ ਸੀਗਾ ਅਨਮੋਲ ਗਲੂਟਨ ਫ੍ਰੀ ਯੂਨਿਟ, ਜਿਸ ਵਿੱਚ ਤਕਰੀਬਨ ਅੱਜ ਜ਼ਿਆਦਾ ਤੋਂ ਜ਼ਿਆਦਾ ਨਹੀਂ ਤਾਂ 150 ਤੋਂ ਜ਼ਿਆਦਾ ਜਿਹੜੇ ਪ੍ਰੋਡਕਟ ਨੇ ਗਲੂਟਨ ਫ੍ਰੀ ਤਿਆਰ ਕਰ ਰਹੇ ਨੇ। ਕੀ ਹੈ ਪੂਰੀ ਕਹਾਣੀ ਤੇ ਗੱਲ ਕਰਦੇ ਉਸ ਮਾਂ ਦੇ ਨਾਲ ਯਾਨੀ ਕਿ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਪ੍ਰਭਜੋਤ ਕੌਰ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲੁਧਿਆਣਾ ਲਾਈਵ ਦੇ ਵਿੱਚ। ਥੈਂਕ ਯੂ ਸੋ ਮਚ ਲੁਧਿਆਣਾ ਲਾਈਵ ਦਾ ਐਂਡ ਹਰਦੀਪ ਜੀ ਤੁਹਾਡਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਵਿਚਾਰ ਲੋਕਾਂ ਤੱਕ ਦੇ ਸਕਾਂ ਜਾਂ ਉਹ ਅਵੇਅਰਨੈਸ ਬੱਚਿਆਂ ਨੂੰ ਦੇ ਸਕਾਂ ਜੋ ਪੇਰੈਂਟਸ ਅਵੇਅਰ ਹੀ ਨਹੀਂ ਇਸ ਪ੍ਰੋਬਲਮ ਨੂੰ ਲੈ ਕੇ। ਆਪਾਂ ਇਹਨੂੰ ਬਿਮਾਰੀ ਕਹਿੰਦੇ, ਐਕਚੁਅਲੀ ਇਹ ਐਲਰਜੀ ਹੈ। ਐਲਰਜੀ ਦਾ ਮਤਲਬ ਹੁੰਦਾ ਕਿ ਤੁਸੀਂ ਉਸ ਚੀਜ਼ ਨੂੰ ਆਪਣੀ ਲਾਈਫ 'ਚੋਂ ਸਕਿਪ ਕਰ ਦੇਣਾ। ਜੇ ਹੁਣ ਮੈਨੂੰ ਡਸਟ ਤੋਂ ਐਲਰਜੀ ਹੈ ਤਾਂ ਮੈਂ ਡਸਟ ਨੂੰ ਕੋਸ਼ਿਸ਼ ਕਰੂੰਗੀ ਕਿ ਮੈਨੂੰ ਟੱਚ ਨਾ ਹੋਵੇ। ਬਟ ਜਿਹੜਾ ਵੀਟ ਐਲਰਜੀ ਵਾਲਾ ਬੱਚਾ ਹੈ ਉਹਦੇ ਅਗਰ ਅੰਦਰ ਵੀਟ ਦਾ ਇੱਕ ਡਸਟ 3 ppm ਵੀ ਵੀਟ ਜਾਂਦਾ, ਕਣਕ ਦਾ 1000ਵਾਂ ਹਿੱਸਾ ਵੀ ਅਗਰ ਉਹਦੇ ਅੰਦਰ ਜਾਂਦਾ ਤਾਂ ਉਹ 6 ਮੰਥ ਬੈਕ ਜਾਂਦਾ। तो क्योंकि ਹੁਣ ਤਾਂ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਹੋ ਗਈ ਕਿ ਜਿਸ ਤਰ੍ਹਾਂ ਅਸੀਂ ਤੁਹਾਡਾ ਇੰਟਰੋਡਿਊਸ ਕਰਾਇਆ ਆਪਣੇ ਦਰਸ਼ਕਾਂ ਨਾਲ, ਸਭ ਤੋਂ ਪਹਿਲਾਂ ਉਹ ਪੇਰੈਂਟਸ ਸਾਹਮਣੇ ਲਿਆਓ ਜੋ ਅੱਜ ਤੋਂ 18 ਸਾਲ ਪਹਿਲਾਂ ਪ੍ਰਭਜੋਤ ਹੁੰਦੀ ਸੀ, ਜੋ ਕਿ ਆਪਣੇ ਬੇਟੀ ਵਾਸਤੇ ਦਰਦ ਜਾ ਰਹੀ ਸੀ ਕਿ ਕਿਸੇ ਪ੍ਰਕਾਰ ਇਸ ਦੀ ਜਾਨ ਚਲੀ ਜਾਵੇ। ਉਹ ਕੀ ਸਮਾਂ ਸੀਗਾ, ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਇਹ ਵੀ ਬਿਮਾਰੀ ਹੈ ਜਿਸ ਦਾ ਇਲਾਜ ਜਿਸ ਦੇ ਪ੍ਰੋਡਕਟ ਤੁਹਾਨੂੰ ਵਿਦੇਸ਼ਾਂ ਤੋਂ ਮੰਗਵਾਉਣੇ ਪੈ ਰਹੇ, ਉਹ ਵੀ ਸਪੈਸ਼ਲੀ ਪੰਜਾਬ ਵਿੱਚ ਨਹੀਂ ਮਿਲੇ, ਦਿੱਲੀ ਜਾ ਕੇ ਲੈਣੇ ਪੈ ਰਹੇ? ਐਕਚੁਅਲੀ ਜਦੋਂ ਮੇਰੀ ਡਾਟਰ ਨੂੰ ਇਹ ਪ੍ਰੋਬਲਮ ਹੋਈ ਉਹ 1 ਸਾਲ ਔਰ ਕੁਝ ਮਹੀਨਿਆਂ ਦੀ ਸੀ ਔਰ ਉਸ ਟਾਈਮ ਨੋਰਮਲੀ ਆਪਾਂ ਪੇਰੈਂਟਸ ਵੀਟ ਸ਼ੁਰੂ ਕਰ ਦਿੰਦੇ ਹਾਂ ਕਿ ਸਾਲ ਸਵਾ ਸਾਲ ਦਾ ਬੱਚਾ ਹੋ ਗਿਆ ਇਹਨੂੰ ਵੀਟ ਦੇਣਾ ਸ਼ੁਰੂ ਕਰ ਦਿਓ। ਐਕਚੁਅਲੀ ਮੇਰਾ ਬੇਟਾ 2 ਤੋਂ 3 ਸਾਲ ਦੀ ਏਜ ਤੱਕ ਵੀ ਵੀਟ ਕੰਜ਼ਿਊਮ ਨਹੀਂ ਸੀ ਕਰਦਾ, ਮਿਲਕ ਤੇ ਸੀ, ਜ਼ਿਆਦਾ ਡਾਈਟ ਨਹੀਂ ਲੈਂਦਾ ਸੀ। ਤਾਂ ਮੇਰੇ ਮਦਰ ਇਨ ਲਾਅ ਜਾਂ ਫੈਮਿਲੀ ਨੂੰ ਹੁੰਦਾ ਸੀ ਕਿ ਤੂੰ ਇਹਨਾਂ ਨੂੰ ਵੀਟ ਨਹੀਂ ਖਿਲਾਉਂਦੀ, ਕਿਉਂਕਿ ਵੀਟ ਆਪਾਂ ਇੰਡੀਅਨ ਦੀ ਮੈਂਟੈਲਿਟੀ ਕਿ ਬਹੁਤ ਹੈਲਦੀ ਪ੍ਰੋਟੀਨ ਹੈ ਨਾ, ਆਪਣਾ ਬੱਚੇ ਨੂੰ ਉਹ ਜਲਦੀ ਦੇਣਾ ਸ਼ੁਰੂ ਕਰ ਦਈਏ। ਬਟ ਬੈਡ ਲੱਕ ਮੇਰਾ ਕਿ ਮੇਰੀ ਡਾਟਰ ਨੂੰ ਜਦੋਂ ਵੀਟ ਖਿਲਾਉਣਾ ਸ਼ੁਰੂ ਕੀਤਾ ਤਾਂ ਉਹ ਹੱਸਦਾ ਖੇਲਦਾ ਬੱਚਾ ਕੁਝ ਦਿਨਾਂ ਦੇ ਵਿੱਚ ਹੀ ਮੇਰੇ ਹੱਥਾਂ 'ਚ ਆ ਗਿਆ। ਐਂਡ ਜਦੋਂ ਤੱਕ ਉਹ 1.5 ਸਾਲ ਦੀ ਏਜ ਤੱਕ ਸੀ ਉਹ ਇੰਨੀ ਵਰਸਟ ਕੰਡੀਸ਼ਨ 'ਚ ਹੋ ਚੁੱਕੀ ਸੀ ਕਿ ਮੈਂ ਤੁਸੀਂ ਜਿੱਦਾਂ ਸੇ ਨਾ ਕਿ ਗੁਰਦੁਆਰਾ, ਮੰਦਰ, ਹਸਪੀਟਲ ਹਰ ਜਗ੍ਹਾ ਐਡਮਿਟ ਹੁੰਦੀ ਸੀ ਮੇਰੀ ਡਾਟਰ। ਐਂਡ ਇੱਕ ਦਿਨ ਤਾਂ ਇਹੋ ਜਿਹੀ ਬੁਰੀ ਕੰਡੀਸ਼ਨ ਸੀ ਕਿ ਮੈਂ ਖੁਦ ਰੋਂਦੀ ਸੀ ਕਿ ਪਤਾ ਨਹੀਂ ਬਾਬਾ ਜਾਂ ਤਾਂ ਇਹਨੂੰ ਸਾਂਭ ਤੇ ਜਾਂ ਇਹਨੂੰ ਠੀਕ ਕਰ। ਬਟ ਉਦੋਂ ਨਾ ਤਾਂ ਕਿਸੇ ਨੂੰ ਅਵੇਅਰਨੈਸ ਸੀ ਵੀਟ ਐਲਰਜੀ ਦੀ ਪ੍ਰੋਬਲਮ ਦੀ ਔਰ ਨੋਰਮਲੀ ਡਾਕਟਰਸ ਨੂੰ ਵੀ ਇੰਨਾ ਨਹੀਂ ਸੀ ਪਤਾ ਹੁੰਦਾ। ਮੇਬੀ ਜਿੱਦਾਂ ਡਿਸਕਸ਼ਨਸ ਹੁੰਦੀ ਸੀ ਤੇ ਅਸੀਂ ਗੁਰਦੁਆਰੇ ਗਏ ਦੁਖਨਿਵਾਰਨ ਸਾਹਿਬ, ਉੱਥੋਂ ਬਾਹਰ ਨਿਕਲਦੇ ਸਾਰ ਮੇਰੇ ਹਸਬੈਂਡ ਦੇ ਦੋਸਤ ਆ ਉਹਨਾਂ ਦੇ ਫਾਦਰ ਮਿਲੇ ਤੇ ਉਹਨਾਂ ਨੇ ਮੈਨੂੰ ਪਹਿਲੀ ਵਾਰੀ ਉਹ ਲਫ਼ਜ਼ ਮੈਂ ਜ਼ਿੰਦਗੀ 'ਚ ਫਸਟ ਟਾਈਮ ਉਦੋਂ ਸੁਣਿਆ ਸੀ ਕਿ ਮੈਨੂੰ ਲੱਗਦਾ ਤੇਰੀ ਬੇਟੀ ਨੂੰ ਨਾ ਵੀਟ ਐਲਰਜੀ ਹੈ ਤੇ ਇਸ ਡਾਕਟਰ ਕੋਲ ਲੈ ਜਾ। ਤੇ ਅਸੀਂ ਉਹਨਾਂ ਦੀ ਗੱਲ ਨੂੰ ਨਾ ਬਹੁਤਾ ਸੀਰੀਅਸ ਨਹੀਂ ਲਿਆ ਕਿਉਂਕਿ ਆਪਾਂ ਨੇ ਮੈਂਟੈਲਿਟੀ ਪੰਜਾਬੀਆਂ ਦੀ ਤਾਂ ਖਾਸ ਕਰਕੇ ਕਿ ਵੀਟ ਹੈ ਐਂਡ ਵੀਟ ਤਾਂ ਪ੍ਰੋਟੀਨ ਹੈ, ਵੀਟ ਆਪਾਂ ਛੋੜ ਨਹੀਂ ਸਕਦੇ। ਬਟ ਉਦੋਂ ਗੱਲ ਆਈ ਗਈ ਹੋ ਗਈ, ਪਰ ਹਫਤੇ 10 ਦਿਨ 'ਚ ਮੇਰੀ ਬੇਟੀ ਬਹੁਤ ਵਰਸਟ ਕੰਡੀਸ਼ਨ 'ਚ ਹੋ ਗਈ। ਐਂਡ ਮੇਰੀ ਬਿਲਕੁਲ ਇੱਕ ਨੇਬਰ ਦੋਸਤ ਹੈ ਜੋ DMC 'ਚ ਹੀ ਕੰਮ ਕਰਦੇ ਸੀ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਡਾਕਟਰ HS ਬੈਂਸ ਹੈ ਚਾਈਲਡ ਸਪੈਸ਼ਲਿਸਟ, ਉਹਨਾਂ ਕੋਲ ਲੈ ਜਾ, ਚੈੱਕ ਕਰਾ ਲੈ, ਲਾਸਟ ਇੱਕ ਵਾਰੀ ਹੋਰ ਦੇਖ ਲੈ। ਬਟ ਕਹਿੰਦੇ ਨਾ ਵੀ ਗੋਡ ਗੇਸ ਉਹ ਮੇਰੇ ਲਈ ਪਰਮਾਤਮਾ ਦਾ ਰੂਪ ਬਣ ਕੇ ਆਈ ਕਿ ਉਹਨੇ ਇੱਕ 10 ਰੁਪਏ ਦੀ ਪਰਚੀ ਵਿੱਚ, ਉਸ ਟਾਈਮ ਉੱਥੇ DMC 'ਚ 10 ਰੁਪਏ ਦੀ ਪਰਚੀ ਕਰਦੀ ਸੀ। ਜਨਰਲ OPD 'ਚ ਮੈਂ ਆਪਣੀ ਬੇਟੀ ਨੂੰ ਲੈ ਕੇ ਗਈ ਹਾਂ ਔਰ ਡਾਕਟਰ HS ਬੈਂਸ ਸੀ, ਉਹਨਾਂ ਨੇ ਮੇਰੀ ਬੇਟੀ ਨੂੰ ਦੇਖਿਆ, ਉਹਨਾਂ ਨੇ ਹਿਸਟਰੀ ਲਿਖੀ ਐਂਡ ਸਾਰਾ ਕੁਝ ਪੁੱਛਿਆ, ਕਾਫੀ ਕੁਝ ਟੈਸਟ ਵੀ ਹੋਏ। ਇੰਨਾ ਵੀ ਫਾਈਨੈਂਸ਼ਲੀ ਸਾਡਾ ਸਟਰੋਂਗ ਨਹੀਂ ਸੀਗੇ, ਬਟ ਡਾਕਟਰ ਸਾਹਿਬ ਨੇ ਕਿਹਾ ਕਿ 20-25-30 ਹਜ਼ਾਰ ਤਾਂ ਲੱਗੇਗਾ ਬੇਟਾ, ਅਗਰ ਤੁਸੀਂ ਕਰਾਉਣਾ ਚਾਹੁੰਦੇ ਹੋ ਤੇ ਪਹਿਲਾਂ ਮਨ ਬਣਾ ਲਓ। ਤੇ ਮੈਂ ਹਸਬੈਂਡ ਨੂੰ ਕਾਲ ਕੀਤੀ, ਮੈਨੂੰ ਕਹਿੰਦੇ ਤੂੰ ਕਰਾ ਲੈ, ਕੋਈ ਗੱਲ ਨਹੀਂ ਆਪਾਂ ਮੈਨੇਜ ਕਰਾਂਗੇ। ਤੇ ਜਦੋਂ ਸਾਰੇ ਟੈਸਟ ਹੋ ਗਏ ਔਰ ਸਾਰੇ ਟੈਸਟ ਠੀਕ ਆ ਗਏ, ਮੇਰੇ ਲਈ ਹੋਰ ਦੁਵਿਧਾ ਵੱਧ ਗਈ ਕਿ ਯਾਰ ਇਹਨੂੰ ਤਾਂ ਫਿਰ ਨਹੀਂ ਕੋਈ ਪ੍ਰੋਬਲਮ, ਤੇ ਇਹਨੂੰ ਦਿੱਕਤ ਕੀ ਹੈ। ਤੇ ਡਾਕਟਰ ਸਾਹਿਬ ਨੇ ਕਿਹਾ ਕਿ ਇੱਕ ਨਾ ਵੀਟ ਐਲਰਜੀ ਦਾ ਟੈਸਟ ਹੈ TTG ਦਾ, ਆਪਾਂ ਉਹ ਕਰਾ ਕੇ ਦੇਖਦੇ ਹਾਂ, ਸ਼ਾਇਦ ਮੈਨੂੰ ਲੱਗਦਾ ਤੇਰੀ ਬੇਟੀ ਨੂੰ ਸਿੰਪਟਮ ਹੈਗੇ ਆ।
ਚਲੋ ਆਪਾਂ ਉਹ ਟੈਸਟ ਦੇ ਦਿੱਤਾ। 3 ਦਿਨ ਬਾਅਦ ਰਿਪੋਰਟ ਆਣੀ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ 3 ਦਿਨ ਬਾਅਦ ਆਈ ਬੇਟਾ, ਅਸੀਂ ਰਿਪੋਰਟ ਚੈੱਕ ਕਰਾਂਗੇ ਤੇ ਨੋਰਮਲ ਥੋੜੀ ਬਹੁਤ ਡਾਈਟ ਲਾਈਟ ਦੇਈ, ਇਹਨੂੰ ਜ਼ਿਆਦਾ ਨਾ ਦੇਈ। ਮੈਂ ਵੀ ਨੋਰਮਲ ਦਿੱਤੀ ਹੈ ਨਾ। ਬਟ ਜਦੋਂ 3 ਦਿਨ ਬਾਅਦ ਮੈਨੂੰ ਡੀਐਮਸੀ ਦੀ ਕਾਲ ਆਈ ਨਾ, ਮੇਰੇ ਲਈ ਉਹ ਸਭ ਤੋਂ ਜ਼ਿਆਦਾ ਸ਼ੌਕਿੰਗ ਸੀ ਕਿ ਮੈਨੂੰ ਡੀਐਮਸੀ ਕੀ ਕਾਲ ਕਰ ਰਿਹਾ। ਇੰਨੀ ਜ਼ਿਆਦਾ ਕੋਈ ਮਤਲਬ ਐਲਰਜੀ ਸੀ। ਉਹ ਟੈਸਟ ਤਾਂ ਸਾਨੂੰ ਪਤਾ ਸੀ ਵੀਟ ਐਲਰਜੀ ਦਾ, ਬਟ ਮਾਈਂਡ 'ਚ ਨਹੀਂ ਸੀ। ਸਾਨੂੰ ਇਹ ਵੀ ਸੀ ਕਿ ਸ਼ਾਇਦ ਇਹ ਠੀਕ ਹੈ ਜਾਂ ਕੁਝ ਹੋਰ ਪ੍ਰੋਬਲਮ ਹੈ। ਜਦੋਂ ਅਸੀਂ ਡੀਐਮਸੀ ਪਹੁੰਚੇ ਹਾਂ, ਡਾਕਟਰ ਸਾਹਿਬ ਅੰਦਰ ਦੇਖ ਰਹੇ ਸੀ ਪੇਸ਼ੈਂਟਸ ਨੂੰ ਔਰ ਮੈਂ ਬਾਹਰ ਬੈਠੀ ਸੀ, ਤਾਂ ਮੈਂ ਆਪਣੇ ਆਪ ਨੂੰ ਜਿਵੇਂ ਬੰਦਾ ਕਹਿੰਦਾ ਐਨਾਲਾਈਜ਼ ਕਰਨਾ ਸ਼ੁਰੂ ਕੀਤਾ ਕਿ ਯਾਰ ਇਹਨੂੰ ਕੀ ਪ੍ਰੋਬਲਮ ਹੈ ਨਾ। ਤਾਂ ਮੈਂ ਉਦੋਂ ਅੰਕਲ ਦੀ ਉਹ ਗੱਲ ਯਾਦ ਆਈ ਕਿ ਵੀਟ ਐਲਰਜੀ ਤਾਂ ਨਹੀਂ ਹੈ। ਤਾਂ ਮੈਂ ਬੈਠੀ ਬੈਠੀ ਕਹਾਂ, ਹੇ ਮਾਤਾ ਰਾਣੀ, ਵੀਟ ਐਲਰਜੀ ਨਿਕਲ ਆਏ, ਕੁਝ ਤਾਂ ਨਿਕਲ ਆਏ ਕਿ ਮੇਰੀ ਬੇਟੀ ਨੂੰ ਕੁਝ ਤਾਂ ਪਤਾ ਲੱਗੇ, ਮੈਨੂੰ ਕੋਈ ਤਾਂ ਰਾਹ ਮਿਲੇ। ਔਰ ਅੰਦਰ ਗਿਆ, ਡਾਕਟਰ ਸਾਹਿਬ ਨੇ ਕਿਹਾ ਤੇਰੀ ਬੇਟੀ ਨੂੰ ਨਾ ਵੀਟ ਐਲਰਜੀ ਹੈ। ਅਸੀਂ ਬੜਾ ਜੈਨੂਨ ਨੇ, ਚਲੋ ਠੀਕ ਹੈ। ਕਹਿੰਦੇ ਬੇਟਾ ਠੀਕ ਨਹੀਂ ਹੈ, ਹੁਣ ਤਾਂ ਤੇਰਾ ਸਟਰਗਲ ਸ਼ੁਰੂ ਹੋ ਗਿਆ। ਵੀਟ ਐਲਰਜੀ ਦੇ ਵਿੱਚ ਤੂੰ ਵੀਟ ਦੀ ਡਸਟ ਵੀ ਨਹੀਂ ਦੇਣੀ। ਜਦੋਂ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਐਂਡ ਲਿਟਰਲੀ ਅਸੀਂ ਮੀਆਂ ਬੀਵੀ ਰੋ ਰਹੇ ਸੀ ਔਰ ਕਹਿੰਦੇ ਨਾ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਵੀ ਇੰਨਾ ਕੁਝ ਛੋੜੇਗੀ ਤੇ ਉਹ ਖਾਏਗੀ ਕੀ ਯਾਰ, ਉਹਦੀ ਤਾਂ ਲਾਈਫ ਸਟਾਰਟ ਹੈ ਨਾ। ਤੇ ਉਹਨੂੰ ਅਸੀਂ ਖਾਣ ਨੂੰ ਕੀ ਦੇਵਾਂਗੇ। ਜਦੋਂ ਉਹਨਾਂ ਨੇ ਮੈਨੂੰ ਕਿਹਾ ਇਹਨੂੰ ਮੱਕੀ ਦਾ ਆਟਾ ਦੇ ਬੇਸਨ ਦੇ ਤੇ ਦਾਲਾਂ ਦੇ ਸਕਦੀਆਂ, ਸਬਜ਼ੀਆਂ, ਬਟ ਇੱਕ ਮਾਈਂਡ ਹੋ ਗਿਆ ਨਾ ਇਹਦੀ ਇੰਡੋਸਕੋਪੀ ਵੀ ਕਰਾ ਲਓ ਕਿ ਇਹ ਹੋਲ ਲਾਈਫ ਲਈ ਹੈ। 1.5 ਸਾਲ ਦੇ ਬੱਚੇ ਦੀ ਇੰਡੋਸਕੋਪੀ ਕਰਾਉਣਾ, ਤੁਸੀਂ ਸੋਚ ਸਕਦੇ ਹੋ ਵੀ ਮੇਰੇ ਲਈ ਕਿੰਨੀ ਵੱਡੀ ਗੱਲ ਸੀ। ਬਟ ਫਿਰ ਵੀ ਅਸੀਂ ਮਨ ਪੱਕਾ ਕੀਤਾ ਕਿ ਨਹੀਂ ਯਾਰ ਹੁਣ ਕਰਾਣੀ ਹੈ। ਹੁਣ ਤਾਂ ਲਿਮਟ ਹੀ 3 ਸਾਲ ਦੀ ਹੋ ਗਈ ਕਿ ਛੋਟੇ ਬੱਚੇ ਦੀ ਇੰਡੋਸਕੋਪੀ ਹੁੰਦੀ ਨਹੀਂ। ਮੈਂ 1.5 ਸਾਲ ਦੀ ਬੱਚੀ ਦੀ ਇੰਡੋਸਕੋਪੀ ਖੁਦ ਖੜੇ ਹੋ ਕੇ ਕਰਾਈ। ਉਸ ਟਾਈਮ ਡਾਕਟਰ ਸਿੱਧੂ ਨੇ ਉਹਨਾਂ ਦੀ ਇਹਦੀ ਇੰਡੋਸਕੋਪੀ ਕੀਤੀ ਸੀ। ਐਂਡ ਉਸ ਤੋਂ ਬਾਅਦ ਜਿਵੇਂ ਰੂਟੀਨ ਟੈਸਟਿੰਗ ਹੋਈ, ਡਾਕਟਰ ਅਜੀਤ ਸੂਦ ਕੋਲ ਰੈਫਰ ਕਰਤਾ ਮੇਰੀ ਬੇਟੀ ਨੂੰ ਔਰ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ। ਡਾਈਟੀਸ਼ੀਅਨਸ ਨੇ ਸੀਗੇ ਉੱਥੇ, ਡਾਈਟੀਸ਼ੀਅਨ ਉਸ ਟਾਈਮ ਸੀ, ਇਸ ਟਾਈਮ ਵੀ ਹੈ ਖੈਰ, ਰਿਤੂ ਸੁਦਾਕਰ ਐਂਡ ਸ਼ਵੇਤਾ ਬਾਟਾ। ਐਂਡ ਉਹਨਾਂ ਨੇ, ਸ਼ਵੇਤਾ ਮੈਮ ਨੇ ਔਰ ਰਿਤੂ ਮੈਮ ਨੇ ਬੋਲਣਾ ਕਿ ਇਹਨੂੰ ਵੀਟ ਨਹੀਂ ਦੇਣਾ, ਵੀਟ ਤੋਂ ਇਲਾਵਾ ਜੋ ਮਰਜ਼ੀ ਦੇ। ਵੀਟ ਤੋਂ ਇਲਾਵਾ ਕੀ ਦਿਆਂ ਉਸ ਟਾਈਮ ਮਾਈਂਡ 'ਚ ਚੱਲਾ, ਵੀਟ ਤੋਂ ਇਲਾਵਾ ਕੀ। ਬਟ ਹੌਲੀ ਹੌਲੀ ਛੋਟੇ ਛੋਟੇ ਐਕਸਪੈਰੀਮੈਂਟਸ ਆਪਣੀ ਬੇਟੀ ਲਈ ਕਰਨੇ ਸ਼ੁਰੂ ਕੀਤੇ, ਕੁਛ ਗ੍ਰੇਨ ਦੀ ਨੌਲੇਜ ਲੈਣੀ ਸ਼ੁਰੂ ਕੀਤੀ। ਮੇਰੀ ਬੇਟੀ ਉਸ ਟਾਈਮ ਜਦੋਂ ਟੈਸਟ ਹੋਇਆ ਸੀ 175 ਸੀ ਔਰ ਵਿਦਿਨ 2 ਮੰਥ ਮੇਰੀ ਬੇਟੀ 28 ਤੇ ਸੀ। ਤੇ ਜਦੋਂ ਮੈਂ ਟੈਸਟਿੰਗ ਕਰਾ ਕੇ ਰਿਪੋਰਟ ਲੈ ਕੇ ਡਾਕਟਰ ਸਾਹਿਬ ਕੋਲ ਗਈ ਤਾਂ ਡਾਕਟਰ ਸਾਹਿਬ ਬੜੇ ਸ਼ੌਕ ਸੀ ਕਿ ਤੇਰੀ ਬੇਟੀ ਇੰਨੀ ਜਲਦੀ ਠੀਕ ਕਿੱਦਾਂ ਹੋ ਗਈ, ਵੀ ਇਹ ਇੰਨੀ ਛੇਤੀ ਕਿੱਦਾਂ ਕਵਰ ਅਪ ਕਰ ਰਹੀ, ਕੀ ਦੇ ਰਹੀ ਹੈ। ਮੈਂ ਕਿਹਾ ਸਰ ਬਸ ਗ੍ਰੇਨਸ ਵਗੈਰਾ ਦਾ ਬਣਾ ਕੇ ਨਾ ਮੈਂ ਦੇ ਰਹੀ। ਕਹਿੰਦੇ ਚਲੋ ਠੀਕ ਹੈ। ਉਸ ਤੋਂ ਨੈਕਸਟ ਮੰਥ ਜਦੋਂ ਟੈਸਟ ਹੋਇਆ ਤਾਂ 12 ਰਹਿ ਗਈ। ਤੇ ਮਤਲਬ ਉਸ ਟਾਈਮ ਉਹਨਾਂ ਦੀ ਕਿਉਰਿਓਸਿਟੀ ਜ਼ਿਆਦਾ ਵੱਧ ਗਈ ਵੀ ਇਹ ਕੀ ਖਾ ਰਹੀ ਹੈ। ਤੇ ਡਾਕਟਰ ਸਾਹਿਬ ਕਹਿੰਦੇ ਵੀ ਤੂੰ ਜੋ ਬੇਟਾ ਖਵਾਨੀ ਨਾ ਤੂੰ ਸਾਨੂੰ ਇੱਕ ਵਾਰੀ ਦਿਖਾਈ। ਤੇ ਮੈਂ ਕਿਹਾ ਹਾਂਜੀ। ਮੈਨੂੰ ਦੇਖੋ ਇੱਕ ਡਾਕਟਰ ਜੀਸੂ ਨੇ ਮੈਨੂੰ ਕਿਹਾ ਤਾਂ ਮੇਰੇ ਲਈ ਤਾਂ ਬੜਾ ਵੱਡਾ ਹੀ ਉਹ ਸੀ ਕਿ ਇੱਕ ਡਾਕਟਰ ਮੈਨੂੰ ਕਹਿ ਰਿਹਾ ਕਿ ਤੂੰ ਸਮਾਨ ਲੈ ਕੇ। ਮੈਂ ਸਾਰਾ ਕੁਝ ਥੋੜਾ ਥੋੜਾ ਬਣਾਇਆ, ਲੈ ਗਈ ਡਾਕਟਰ ਸਾਹਿਬ ਕੋਲ ਨਾ। ਉਹਨਾਂ ਨੇ, ਡਾਕਟਰ ਸਾਹਿਬ ਨੇ ਖੁਦ ਵੀ ਖਾਇਆ ਐਂਡ ਰੱਖ ਵੀ ਲਿਆ। ਮੈਨੂੰ ਨਹੀਂ ਪਤਾ ਵੀ ਉਹ ਕਿਸ ਮੋਟਿਵ ਲਈ, ਅੰਦਰ ਡਾਕਟਰਸ ਦੀ ਪੂਰੀ ਟੀਮ ਸੀ, ਉਹਨਾਂ ਨੇ ਉਸ ਟਾਈਮ ਉਹ ਫੂਡ ਟੈਸਟਿੰਗ ਲਈ ਭੇਜਿਆ। ਔਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਬੇਟਾ ਤੂੰ ਇਹ ਕੰਮ ਕਰ ਲੈ, ਵੀ ਤੇਰੀ ਬੇਟੀ ਇੰਨੀ ਜਲਦੀ ਜਲਦੀ ਠੀਕ ਹੋ ਰਹੀ, ਤੂੰ ਇਹ ਕੰਮ ਕਿਉਂ ਨਹੀਂ ਕਰ ਲੈਂਦੀ। ਤਾਂ ਉਸ ਟਾਈਮ ਸਡਨ ਦਿਮਾਗ 'ਚ ਆਉਂਦਾ ਨਾ ਯਾਰ ਕਿਹੜੀ ਗੱਲ ਕਰਦੀ। ਆਪਣੀ ਬੇਟੀ ਮੇਰੀ ਆਲਰੇਡੀ ਪ੍ਰੋਬਲਮ 'ਚ ਹੈ, ਮੈਂ ਫੈਮਿਲੀ ਫਾਈਨੈਂਸ਼ਲੀ ਕ੍ਰਾਈਸਿਸ ਇੰਨਾ ਚੱਲ ਰਿਹਾ ਐਂਡ ਹਸਬੈਂਡ ਦਾ ਕੰਮ ਠੀਕ ਸੀਗਾ, ਉਹ ਠੀਕ ਠਾਕ ਸੀ ਉਦੋਂ, ਚਲੋ ਚੱਲ ਰਿਹਾ। ਫੈਮਿਲੀ ਇੱਕ ਕਹਿੰਦੇ ਨਾ ਇੱਕ ਮਿਡਲ ਕਲਾਸ ਫੈਮਿਲੀ ਦਾ ਇਹੀ ਹੁੰਦਾ ਕਿ ਇੱਕ ਬੰਦਾ ਕਮਾਉਂਦਾ ਤੇ 5 ਬੰਦੇ ਖਾਂਦੇ ਆ। ਸੇਮ ਉਹੀ ਕੰਡੀਸ਼ਨ ਸੀ, ਕੁਛ ਨਹੀਂ ਸੀ ਬਟ ਥੋੜਾ ਬਹੁਤਾ ਕਰ ਕਰਕੇ ਮੈਨੇਜ ਅਸੀਂ ਬੇਟੀ ਲਈ ਕਰ ਰਹੇ ਸੀ। ਬੇਟੀ ਮੇਰੀ ਬਿਲਕੁਲ ਠੀਕ ਹੋ ਗਈ ਵਿਦਿਨ 3-4 ਮੰਥ ਹੀ ਮੇਰੀ ਬੇਟੀ ਠੀਕ ਹੋ ਗਈ, ਜਦ ਕਿ ਲੋਕਾਂ ਨੂੰ 2-2 4-4 ਸਾਲ ਲੱਗ ਜਾਂਦੇ ਆ। ਤੇ ਉਦੋਂ ਡਾਕਟਰ ਸਾਹਿਬ ਨੇ ਮੈਨੂੰ ਅਪਰਚੁਨਿਟੀ ਦਿੱਤੀ ਕਿ ਤੂੰ ਇਹ ਕੰਮ ਕਰ। ਮੈਂ ਮਨਾ ਕਰਤਾ। ਡਾਕਟਰ ਸਾਹਿਬ ਨੇ, ਡਾਈਟੀਸ਼ੀਅਨ ਨੇ ਬੱਚੇ ਮੇਰੇ ਘਰ ਭੇਜਣੇ ਸ਼ੁਰੂ ਕਰਤੇ। ਜਦੋਂ ਬੱਚੇ ਵਾਰ-ਵਾਰ ਬਾਹਰ ਆ ਰਹੇ, ਮੈਂ ਸਭ ਨੂੰ ਦੱਸੀ ਜਾਵਾਂ, ਆਪਣੇ ਕੋਲੋਂ ਦੇਈ ਜਾਵਾਂ, ਬਟ ਮੈਂ ਫਿਰ ਗਈ। ਮੈਂ ਕਿਹਾ ਸਰ ਇੱਦਾਂ ਤਾਂ ਨਹੀਂ ਚੱਲਣਾ, ਮੇਰੇ ਕੋਲ ਤਾਂ ਇੰਨਾ ਨਹੀਂ ਹੈ। ਤਾਂ ਕਹਿੰਦੇ ਫਿਰ ਬੇਟਾ ਕੰਮ ਕਰ ਲੈ। ਮੈਂ 5-5 ਕਿਲੋ ਲੈ ਕੇ ਆਪਣੀ ਘਰ ਦੀ ਕਿਚਨ ਤੋਂ ਇੱਕ ਛੋਟਾ ਜਿਹਾ ਬਿਜ਼ਨਸ ਸਟਾਰਟ ਕੀਤਾ ਸੀ, ਜਿਹੜਾ ਅੱਜ ਪੂਰਾ ਗਲੂਟਨ ਫ੍ਰੀ ਯੂਨਿਟ ਮੈਂ ਖੜਾ ਕੀਤਾ। ਉਹਨੂੰ ਬਹੁਤ ਸਾਲ ਲੱਗੇ, ਬਹੁਤ ਜ਼ਿਆਦਾ ਸਟਰਗਲ ਕੀਤਾ ਐਂਡ ਬਹੁਤ ਕੁਝ ਖਰਾਬ ਕੀਤਾ, ਬਹੁਤ ਕੁਝ ਠੀਕ ਕੀਤਾ। ਐਂਡ ਮੇਰਾ ਇੱਕੋ ਹੀ ਸਭ ਤੋਂ ਵੱਡਾ ਜ਼ਿੰਦਗੀ ਦਾ ਇੱਕ ਮੈਂ ਟਾਰਗੇਟ ਰੱਖਿਆ ਸੀ ਕਿ ਮੈਂ ਆਪਣੇ ਪ੍ਰੋਡਕਟ ਦੇ ਵਿੱਚ ਕੈਮੀਕਲ ਐਡ ਆਨ ਨਹੀਂ ਕਰਨੇ, ਸਟਾਰਚਿਸ, ਗਮਸ, ਇਹ ਉਹ ਨਹੀਂ। ਇਹਨਾਂ ਕਰਕੇ ਆਲਰੇਡੀ ਸਾਡੇ ਬੱਚਿਆਂ ਨੂੰ ਪ੍ਰੋਬਲਮ ਹੋਈ ਹੈ ਨਾ। ਤੇ ਮੈਂ ਉਸ ਚੀਜ਼ ਨੂੰ ਲੈ ਕੇ ਚੱਲਦੀ ਗਈ ਡੇ ਬਾਏ ਹੌਲੀ ਹੌਲੀ 1-1 2-2 4 ਬ੍ਰੈਡ ਬਣਾਉਂਦਿਆਂ ਮੈਨੂੰ ਖੁਦ ਨੂੰ 8 ਸਾਲ ਲੱਗ ਗਏ। ਬਟ ਮੈਂ ਵਿਦਆਊਟ ਐਨੀ ਕੈਮੀਕਲ ਸਿਰਫ ਗ੍ਰੇਨਸ ਦੇ ਨਾਲ ਬ੍ਰੈਡ ਰੈਡੀ ਕੀਤੀ ਐਂਡ ਅੱਜ ਦੀ ਡੇਟ ਤਾਂ ਬਹੁਤ ਕੁਛ ਹੈ। ਔਰ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ 1 ਬਾਏ 1 ਪ੍ਰੋਡਕਟ ਬਣਾਉਣੇ ਸ਼ੁਰੂ ਕੀਤੇ
ਇਹ ਸਟਾਰਟਿੰਗ ਕਿੱਦਾਂ ਪ੍ਰੋਡਕਟਸ ਤੋਂ ਕੀਤੀ ਔਰ ਹੁਣ ਤੱਕ ਤੁਹਾਡੇ ਕਿੰਨੇ ਪ੍ਰੋਡਕਟਸ ਹੋ ਚੁੱਕੇ ਨੇ ਔਰ ਕਿੱਥੇ ਕਿੱਥੇ ਹੁਣ ਤੁਹਾਡੇ ਪ੍ਰੋਡਕਟਸ ਜਾ ਰਹੇ ਨੇ ਜਿਹੜੇ ਤੁਸੀਂ ਆਪਣੀ ਬੱਚੀ ਵਾਸਤੇ ਤਿਆਰ ਕਰਨੇ ਸ਼ੁਰੂ ਕੀਤੇ ਸੀ ਇੱਕ ਸਮੇਂ ਤੇ? ਸਭ ਤੋਂ ਪਹਿਲਾਂ ਮੈਂ ਫਲੋਰ ਤੋਂ ਸਟਾਰਟ ਕੀਤਾ ਸੀ। ਮੈਂ ਛੋਟਾ ਜਿਹਾ ਇੱਕ ਗ੍ਰਾਈਂਡਰ ਬਾਏ ਕੀਤਾ। ਮੈਂ ਛੋਟੇ ਆਟਾ ਜਿਵੇਂ ਬਣਾਇਆ, ਉਹਦੇ 'ਚ ਮੈਂ ਘਰ ਦਾ ਇੱਕ ਮਾਈਕ੍ਰੋਵੇਵ ਕਨਵੈਂਸ਼ਨ ਹੁੰਦਾ, ਉਹਦੇ 'ਚ ਬਿਸਕਿਟਸ ਬਣਾ ਲਏ। ਛੋਟੀ ਜਿਹੀ ਮਸ਼ੀਨ ਲੈ ਕੇ ਹੈਂਡ ਵਾਲੀ ਮਿਕਸਰ ਭੁਜੀਆ ਬਣਾ ਲਿਆ, 1-2-4 ਮਿਠਾਈਆਂ ਬਣਾਈਆਂ ਹੈ ਨਾ। ਜਿਵੇਂ ਮੇਰੇ ਮਦਰ ਬਹੁਤ ਅੱਛੇ ਕੁੱਕ ਹੈ ਅਤੇ ਉਹਨਾਂ ਨੇ ਮੈਨੂੰ ਰੈਸਪੀਜ਼ ਦੱਸਣੀਆਂ ਸ਼ੁਰੂ ਕੀਤੀਆਂ, ਆ ਕਰ ਲੈ, ਇੱਦਾਂ ਬਣਾ ਲੈ। ਮੇਰੇ ਬ੍ਰਦਰ ਵੱਡੇ ਡਾਕਟਰ ਹੈ ਐਕਚੁਅਲੀ, ਉਹ ਸਤਨਾਮ ਸਿੰਘ, ਉਹਨਾਂ ਨੂੰ ਗ੍ਰੇਨ ਦੀ ਬਹੁਤ ਨੌਲੇਜ ਸੀ, ਜੜੀ ਬੂਟੀਆਂ ਦੀ ਬਹੁਤ ਨੌਲੇਜ ਸੀ। ਉਹਨਾਂ ਨੇ ਮੈਨੂੰ ਦੱਸਣਾ ਸ਼ੁਰੂ ਕੀਤਾ, ਕਹਿੰਦੇ ਬੇਟੇ ਰੋ ਕੇ ਨਹੀਂ ਕੁਝ ਬਣਨਾ, ਕੁਝ ਕਰੋ ਹੈ ਨਾ। ਬੇਟੇ ਵਾਸਤੇ, ਬੇਟੀ ਤੇਰੀ ਭੁੱਖੀ ਹੈ ਤਾਂ ਉਹਦੇ ਲਈ ਕੁਛ ਨਾ ਕੁਛ ਤਾਂ ਤੂੰ ਬਣਾਏਂਗੀ ਨਾ, ਇੱਕ ਖਾਲੀ ਰੋਟੀ ਤੇ ਤਾਂ ਤੂੰ ਨਹੀਂ ਰੱਖੇਂਗੀ। ਅਤੇ ਮੈਂ ਉੱਥੋਂ ਇੱਕ ਸਟੈਪ ਤੋਂ ਸ਼ੁਰੂ ਕਰਦੀ ਜਦੋਂ ਮੈਂ ਕਾਫੀ ਸਾਰੇ ਪ੍ਰੋਡਕਟਸ ਬਣਾਉਣੇ ਸ਼ੁਰੂ ਕਰ ਦਿੱਤੇ ਨਾ, ਤਾਂ ਆਪਣੇ ਆਪ ਨੂੰ ਕਰਨ ਲੱਗੀ ਕਿ ਨਹੀਂ ਯਾਰ ਮੈਂ ਕੁਝ ਕਰ ਸਕਦੀ ਹਾਂ ਹੈ ਨਾ। ਅਤੇ ਮੈਂ ਹਸਬੈਂਡ ਸਪੋਰਟਿਵ ਸੀ, ਫੈਮਿਲੀ ਇਨ-ਲॉज ਦੀ ਬਹੁਤ ਸਪੋਰਟਿਵ। ਅਸੀਂ ਪਿਓਰ ਵੈਜ ਫੈਮਿਲੀ, ਔਰ ਮੇਰੀ ਬੇਟੀ ਪਿਓਰ ਨੋਨ ਵੈਜੀਟੇਰੀਅਨ ਹੈ। ਅਸੀਂ ਉਹਨੂੰ ਨੋਨ ਵੈਜ ਦੇਣਾ ਸ਼ੁਰੂ ਕੀਤਾ। ਆਪਣੇ ਪ੍ਰੋਡਕਟਸ ਦੇ ਵਿੱਚ ਐਗਸ ਵਗੈਰਾ ਯੂਜ਼ ਕੀਤਾ। ਹੌਲੀ ਐਗਸ ਰਿਮੂਵ ਕਰਤੇ ਕਿਉਂਕਿ ਉਹਦੀ ਉੱਥੇ ਨੀਡ ਨਹੀਂ ਸੀ। ਜਿੱਥੇ ਨੀਡ ਉੱਥੇ ਯੂਜ਼ ਕਰੀਦਾ, ਅਦਰਵਾਈਜ਼ ਨਹੀਂ। ਅਗਰ ਡਾਇਰੈਕਟਲੀ ਬੱਚਾ ਇਹ ਨੋਨ ਵੈਜ ਖਾਂਦਾ ਤਾਂ ਉਹਦੇ ਲਈ ਬਹੁਤ ਅੱਛਾ ਆ। ਐਂਡ ਅੱਜ ਦੀ ਡੇਟ ਦੇ ਵਿੱਚ ਮੇਰੇ ਕੋਲ ਯੂਨਿਟ ਦੇਖੋ, ਪਹਿਲਾਂ ਮੈਂ ਸਟਾਰਟ ਕੀਤਾ ਫਲਾਰ ਮਿਲ ਲਗਾਈ, ਫਿਰ ਮੈਂ ਬੇਕਰੀ ਸਟਾਰਟ ਕੀਤੀ, ਅਵਨਸ ਐਡ ਔਨ ਕੀਤੇ, ਹਲਵਾਈ ਗੁੱਡਸ ਦਾ ਸਾਰਾ ਸਮਾਨ ਬਣਦਾ, ਭੁਜੀਏ ਦਾ ਮੇਰੇ ਕੋਲ ਸਾਰਾ ਸਮਾਨ ਬਣਦਾ। ਬੇਕਰੀ ਦੇ ਵਿੱਚ ਪਹਿਲਾਂ ਅਸੀਂ ਬ੍ਰੈਡ ਸ਼ੁਰੂ ਕੀਤੀ, ਫਿਰ ਅਸੀਂ ਰੈਡੀ ਟੂ ਈਟ ਸਨੈਕ ਸ਼ੁਰੂ ਕੀਤਾ। ਉਹਦੇ 'ਚ ਅਸੀਂ ਕੇਕਸ, ਡੋਨਟਸ, ਬਰਗਰ, ਪੀਜ਼ੇ, ਜੋ ਨੋਰਮਲ ਅਸੀਂ ਖਾਂਦੇ ਹਾਂ ਉਹ ਸੇਮ ਉਸੇ ਤਰ੍ਹਾਂ ਦਾ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕੀਤੀ। ਈਵਨ ਦੈਨ ਮੈਂ ਗੋਲ ਗੱਪੇ ਤੱਕ ਰੈਡੀ ਕਰਦੀ ਹਾਂ ਕਿ ਬੱਚੇ ਨੂੰ ਇਹ ਨਾ ਲੱਗੇ ਕਿ ਇਹਨਾਂ ਨੇ ਸਟਰੀਟ ਫੂਡ ਖਾ ਲਿਆ ਤਾਂ ਮੈਂ ਨਹੀਂ ਖਾਇਆ। ਮੈਂ ਉਹ ਵੀ ਬਣਾਉਂਦੀ ਹਾਂ, ਔਰ ਇੰਡੀਆ ਦੇ ਹਰ ਜਗ੍ਹਾ ਮੇਰਾ ਪ੍ਰੋਡਕਟ ਜਾਂਦਾ। ਇੰਟਰਨੈਸ਼ਨਲ ਲੈਵਲ ਤੱਕ ਸਟਾਰਟ ਹੋ ਗਿਆ ਹੁਣ ਤਾਂ ਬਾਬਾ ਜੀ ਦੇ ਨਾ। ਔਰ ਮੇਰੇ ਕੋਲ ਇੰਨਾ ਜ਼ਿਆਦਾ ਡਾਟਾ ਇਹਨਾਂ ਬੱਚਿਆਂ ਦਾ, ਮੈਂ ਸੁਸਾਇਟੀ ਬਣਾਈ, ਉਹਨਾਂ ਦੇ ਵਿੱਚ ਇੰਟਰੈਕਟ ਕਰਾਉਣਾ ਸ਼ੁਰੂ ਕੀਤਾ, ਅਵੇਅਰਨੈਸ ਲਈ ਕੈਂਪਿੰਗ ਕੀਤੀ। ਮੈਂ ਪੇਰੈਂਟਸ ਨੂੰ ਖੁਦ ਕਾਉਂਸਲਿੰਗ ਦਿੰਦੀ ਹਾਂ ਕਿ ਤੁਸੀਂ ਕੀ ਕਰਨਾ, ਵੀਟ ਲਈ ਜਦੋਂ ਛੋੜਨਾ ਤਾਂ ਤੁਸੀਂ ਵੀਟ ਨੂੰ ਬਾਹਰ ਕੱਢ ਲਓ, ਬੈਸਟ ਹੈ ਨਾ। ਉਹਦਾ ਚੱਕਲਾ, ਬੇਲਣਾ, ਤਵਾ, ਘਿਓ, ਤੇਲ, ਚੀਨੀ, ਨਮਕ, ਦੁੱਧ, ਹਰ ਚੀਜ਼ ਸੈਪਰੇਟ। ਮਾਰਕੀਟ ਦਾ ਕੁਝ ਨਹੀਂ ਖਾਣਾ, ਬਟ ਉਹਦੇ ਬਾਅਦ ਵੀ ਬਹੁਤ ਕੁਛ ਹੈ। ਮਿਲੇਟਸ ਬਹੁਤ ਕੁਝ ਸਾਡੇ ਕੋਲ ਪਏ ਆ, ਫਰੂਟਸ ਬਹੁਤ ਹੈ, ਵੈਜੀਟੇਬਲਸ ਹੈ, ਦਾਲਾਂ ਆ, ਬਹੁਤ ਐਸੀ ਗ੍ਰੇਨਸ ਹੈਗੇ ਜਿਹੜੇ ਆਪਾਂ ਲੋਕ ਭੁੱਲ ਚੁੱਕੇ ਹਾਂ, ਬਟ ਸਾਡੇ ਬਜ਼ੁਰਗ ਉਹ ਖਾਂਦੇ ਸੀ। ਮੈਂ ਉਹਨਾਂ ਨੂੰ ਵਾਪਸ ਲਿਆਂਦਾ, ਔਰ ਉਹਨਾਂ ਪ੍ਰੋਡਕਟ ਗ੍ਰੇਨਸ ਤੋਂ ਹੀ ਮੈਂ ਉਹ ਪ੍ਰੋਡਕਟਸ ਬਣਾਉਣਾ ਸਟਾਰਟ ਕੀਤਾ। ਬਹੁਤ ਖੁਸ਼ੀ ਹੋਈ ਤੁਹਾਡੀ ਗੱਲ ਸੁਣ ਕੇ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੇਰੇ ਜਿਹੜੇ ਪ੍ਰੋਡਕਟਸ ਨੇ ਅੱਜ ਦੇ ਸਮੇਂ 'ਚ ਇੰਡੀਆ 'ਚ ਜਾ ਰਹੇ ਹਨ, ਬਾਬਾ ਜੀ ਦੀ ਕਿਰਪਾ ਨਾਲ ਵਿਦੇਸ਼ਾਂ 'ਚ ਵੀ ਜਾਣਾ ਸ਼ੁਰੂ ਹੋ ਗਏ ਨੇ। ਇਹ ਬਿਲਕੁਲ ਉਲਟਾ ਹੋ ਰਿਹਾ ਕਿ ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਤੁਹਾਡਾ ਪ੍ਰੋਡਕਟ ਤੁਸੀਂ ਫਸਟ ਟਾਈਮ ਮੰਗਾਇਆ ਸੀ ਤਾਂ ਵਿਦੇਸ਼ ਤੋਂ ਆਇਆ ਸੀ, ਔਰ ਤੁਸੀਂ ਇੰਡੀਆ ਦੇ ਵਿੱਚ ਪਹੁੰਚਿਆ ਸੀ, ਉਹ ਤੁਸੀਂ ਦਿੱਲੀ ਜਾ ਕੇ ਲਿਆ ਸੀ। ਇਹ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ, ਔਰ ਕਿਸ ਤਰ੍ਹਾਂ ਉਸ ਸਮੇਂ 18 ਸਾਲ ਪਹਿਲਾਂ ਤੁਸੀਂ ਕਿੱਦਾਂ ਬਾਏ ਕਰਦੇ ਸੀ ਇਸਨੂੰ? ਐਕਚੁਅਲੀ ਜਦੋਂ 18 ਸਾਲ ਪਹਿਲਾਂ ਸੀ ਤਾਂ ਆਸਟ੍ਰੇਲੀਆ ਦੇ ਵਿੱਚ ਪ੍ਰੋਬਲਮ ਬੜੀ ਕਾਮਨ ਹੈ, ਜਾਂ ਅਮਰੀਕਾ ਦੇ ਵਿੱਚ ਇੱਕ ਕੈਲੀਫੋਰਨੀਆ ਸਿਟੀ ਹੈ, ਉਹਦੇ ਵਿੱਚ ਇਹਨਾਂ ਦੇ ਚਿਪਸ ਵਗੈਰਾ ਮਿਲਦੇ ਸੀ, ਐਂਡ ਛੋਟੇ ਛੋਟੇ ਬਿਸਕਿਟ ਸਮਾਨ 2-4 ਚੀਜ਼ਾਂ ਇਹਨਾਂ ਦੀਆਂ ਮਿਲਦੀਆਂ, ਪਾਸਤਾ ਮਿਲਦਾ ਸੀ, ਨੂਡਲਸ। ਬਟ ਜਿੱਦਾਂ ਹੁਣ ਉੱਥੋਂ ਸਮਾਨ ਲਿਆਂਦਾ ਉਹ ਬਹੁਤ ਐਕਸਪੈਂਸਿਵ, ਨੋਰਮਲ ਰੇਂਜ ਤਾਂ ਹੈ ਹੀ ਨਹੀਂ ਸੀਗੀ। ਠੀਕ ਹੈ, ਪੋਕਟ ਅਫੋਰਡ ਨਹੀਂ ਕਰਦੀ ਸੀ ਤਾਂ ਵੀ ਲੋਕਾਂ ਦੀ ਮਿੰਨਤਾਂ ਮਾਰਦੇ ਸੀ ਕਿ ਕੋਈ ਅਮਰੀਕਾ ਤੋਂ ਆ ਰਿਹਾ, ਕੋਈ ਆਸਟ੍ਰੇਲੀਆ ਤੋਂ ਆ ਰਿਹਾ, ਪਲੀਜ਼ ਆ ਸਮਾਨ ਲੈ ਆਇਓ। ਮਤਲਬ ਸਮਝ ਲਓ ਉਹ ਮੰਗਣ ਵਾਲੀ ਹਾਲਤ ਹੁੰਦੀ ਸੀ ਸਾਡੀ ਕਿ ਅਸੀਂ ਪੇ ਕਰਕੇ ਵੀ ਮੰਗਦੇ ਸੀ ਕਿ ਪਲੀਜ਼ ਲਿਆ ਦਿਓ, ਕਿਉਂਕਿ ਉਸ ਟਾਈਮ ਉਹਨਾਂ ਦੀ ਲਿਮਟ ਹੁੰਦੀ ਵੀ ਇੰਨਾ ਸਮਾਨ ਲਿਆ ਸਕਦੇ। ਅਗਲਾ ਸੋਚਦਾ ਮੈਂ ਆਪਣੀ ਫੈਮਿਲੀ ਲਈ ਲਿਆਵਾਂ ਕਿ ਤੇਰੇ ਲਈ ਲਿਆਵਾਂ, ਬਟ ਐਵੇਂ ਕਿ ਕੁਝ ਫੈਮਿਲੀਜ਼ ਬਹੁਤ ਅੱਛੀਆਂ ਸੀ, ਉਹਨਾਂ ਨੇ ਕੋਆਪਰੇਟ ਕੀਤਾ। ਉੱਥੇ ਤੱਕ ਆਉਣਾ, ਫਿਰ ਮੈਂ ਦਿੱਲੀ ਜਾਣਾ, ਮੈਂ ਦਿੱਲੀੋਂ ਜਾ ਕੇ ਲੈ ਕੇ ਆਉਣਾ। ਬੁਰੀ ਗੱਲ ਇਹ ਹੁੰਦੀ ਸੀ ਕਿ ਮੇਰੀ ਡਾਟਰ ਉਹ ਖਾਂਦੀ ਨਹੀਂ ਸੀ। ਮਤਲਬ ਉਹ ਇੰਡੀਅਨ ਟੇਸਟ ਡਿਵੈਲਪ ਹੈ ਜੋ ਸਾਡਾ, ਕਿ ਅਸੀਂ ਬਿਸਕਿਟ ਸਮਾਨ ਸਾਰੀ ਫੈਮਿਲੀ ਖਾਂਦੇ ਹਾਂ, ਤਾਂ ਨੈਚੁਰਲੀ ਬੱਚਾ ਵੀ ਉਹੀ ਚੀਜ਼ ਦੇਖਦਾ ਸੀ ਕਿ ਮੈਨੂੰ ਵੀ ਇਹੀ ਮਿਲੇ। ਬਟ ਹੁਣ ਅੱਜ ਦੀ ਡੇਟ 'ਚ ਇਹੀ ਇੰਡੀਅਨ ਟੇਸਟ ਬਾਹਰ ਜਾਂਦਾ, ਕਿਉਂਕਿ ਉਹਨਾਂ ਦੇ ਕੁਕੀਜ਼ ਐਂਡ ਮਟੀਰੀਅਲ ਜਾਂ ਆਟਾਜ਼ ਉਹ ਟੇਸਟ ਨਹੀਂ ਹੈ, ਉਹ ਸਿਰਫ ਸਟਾਰਚ ਐਂਡ ਗਮਸ ਨਾਲੋਂ ਬਣਾਉਂਦੇ ਆ, ਔਰ ਮੈਂ ਉਹ ਗ੍ਰੇਨ 'ਚ ਬਣਾਉਂਦੀ ਹਾਂ। ਸੋ ਅਗਰ ਹੁਣ ਗੱਲ ਕਰੀਏ ਜਿੱਥੋਂ ਸਟਾਰਟ ਤੁਸੀਂ ਕੀਤਾ ਸੀਗਾ ਕਿ ਤਕਰੀਬਨ ਇਹ ਵੀਟ ਐਲਰਜੀ ਹੁੰਦੀ ਕੀ ਹੈ, ਕਿੱਦਾਂ ਪਤਾ ਲੱਗਦਾ, ਕਿੱਦਾਂ ਪੇਰੈਂਟਸ ਤੁਸੀਂ ਦੱਸਿਆ ਕਿ ਨਾਰਮਲ ਲੈਂਦੇ ਆ ਇਸ ਨੂੰ, ਬਿਲਕੁਲ ਇਹ ਚੀਜ਼ ਨੂੰ ਧਿਆਨ ਨਹੀਂ ਕਰ ਪਾਉਂਦੇ ਜ਼ਿਆਦਾ ਜਲਦੀ, ਇਹ ਪਤਾ ਨਹੀਂ ਲੱਗਦਾ ਕਿ ਸਾਡੇ ਬੱਚਿਆਂ ਨੂੰ ਬਿਮਾਰੀ ਹੈਗੀ ਹੈ ਕਿ ਨਹੀਂ ਹੈਗੀ, ਕੀ ਕਹਿਣਾ ਚਾਹੋ? ਐਕਚੁਅਲੀ ਇਹਦੇ ਨਾਲ ਸਿੰਪਟਮ ਹੀ ਸੇਮ ਨਹੀਂ ਹੈ। ਸਭ ਤੋਂ ਇਹਦਾ ਜਿਹੜਾ ਮਾੜਾ ਪੁਆਇੰਟ ਇਹੀ ਹੈ ਕਿ ਵੀਟ ਐਲਰਜੀ ਵਾਲੇ ਬੱਚਿਆਂ ਦੇ ਕੀ ਹੁੰਦਾ, ਕਿਸੇ ਦੇ ਇਮੋਸ਼ਨਸ ਆਉਂਦੇ ਆ, ਕਿਸੇ ਨੂੰ ਵੋਮਿਟਸ ਆਉਂਦੀ, ਕਿਸੇ ਦਾ ਪੇਟ ਕੌਨਸਟੀਪੇਸ਼ਨ ਹੁੰਦੀ ਹੈ, ਕਿਸੇ ਦਾ HB ਨਹੀਂ ਬਣਦਾ, ਕਿਸੇ ਦੀ ਹਾਈਟ ਗੇਨ ਨਹੀਂ। ਹੁਣ ਥੋੜੀ ਟਾਈਮ ਤੋਂ ਹੀ ਪਤਾ ਲੱਗਣਾ ਸ਼ੁਰੂ ਹੋਇਆ ਕਿ ਅਗਰ ਬੋਡੀ ਤੇ ਵਾਈਟ ਸਪੌਟ ਆ ਤਾਂ ਉਹ ਵੀ ਵੀਟ ਐਲਰਜੀ ਦੀ ਵਜ੍ਹਾ ਨਾਲ ਹੈ। ਰੈਸ਼ਿਜ਼ ਆ ਗਏ, ਗਲਾ ਖਰਾਬ ਹੋ ਗਿਆ, ਬੁਖਾਰ ਹੀ ਆਈ ਜਾ ਰਿਹਾ।
ਹੁਣ ਬੰਦਾ ਇਹਦੇ 'ਚ ਇਹ ਤਾਂ ਨਹੀਂ ਸੋਚੇਗਾ ਕਿ ਮੈਨੂੰ ਵੀਟ ਐਲਰਜੀ ਹੋ ਗਈ। ਨਾਰਮਲੀ ਡਾਕਟਰ ਵੀ ਪਹਿਲਾਂ ਇਸ ਚੀਜ਼ ਨੂੰ ਬੜਾ ਇਗਨੋਰ ਕਰਦੇ ਸੀ, ਬਟ ਅੱਜ ਦੀ ਡੇਟ 'ਚ ਬਹੁਤ ਅਵੇਅਰ ਹੈ। ਕੋਈ ਵੀ ਪ੍ਰੋਬਲਮ ਦੀ ਸਭ ਤੋਂ ਪਹਿਲਾਂ TTC ਦਾ ਟੈਸਟ ਹੁੰਦਾ ਕਿ ਇਹ ਵੀਟ ਐਲਰਜੀ ਕਰਕੇ ਤਾਂ ਨਹੀਂ ਹੈ। ਐਂਡ ਵੀਟ ਐਲਰਜੀ ਦੇ ਵਿੱਚ ਇੰਨੀ ਸਟ੍ਰਿਕਟ ਪ੍ਰੀਕਾਸ਼ਨ ਹੁੰਦੀ ਹੈ। ਇਹ ਐਕਚੁਅਲੀ ਕੀ ਹੈ, ਇਹਦੇ 'ਚ ਕੋਈ ਇਲਾਜ ਨਹੀਂ ਹੈ, ਇਹ ਸਿਰਫ ਐਲਰਜੀ ਹੈ, ਬਿਮਾਰੀ ਨਹੀਂ ਹੈ। ਲੋਕ ਹੋਮੋਪੈਥੀ ਚਲੇ ਜਾਂਦੇ, ਆਯੁਰਵੈਦਿਕ ਚਲੇ ਜਾਂਦੇ ਆ, ਜਾਂ ਗੁਰਦੁਆਰੇ ਮੰਦਰਾਂ 'ਚ ਹੈ ਨਾ ਆਪਣੇ ਇੱਕ ਮਾਨਤਾ ਬਣੀ ਹੋਈ ਵੀ ਇੱਥੇ ਮਾਨਤਾ ਹੈ ਠੀਕ ਹੋ ਜਾਏ। ਐਲਰਜੀ ਕਦੇ ਠੀਕ ਨਹੀਂ ਹੁੰਦੀ। ਜੇ ਬਾਬਾ ਜੀ ਨੇ ਦਿੱਤੀ ਹੈ ਤਾਂ ਉਹਨੂੰ ਉਨੀ ਜ਼ਿਆਦਾ ਖਰਾਬ ਨਾ ਕਰੋ ਕਿ ਬੱਚੇ ਦੇ ਆਰਗਨ ਤੇ ਅਟੈਕ ਹੋ ਜਾਏ ਜਾਂ ਉਹਨੂੰ ਨਾਲ ਸ਼ੂਗਰ ਬਲੱਡ ਸ਼ੂਗਰ ਹੋ ਜਾਏ। ਮੇਰੇ ਕੋਲ ਇਹੋ ਜਿਹੇ ਬੱਚੇ ਵੀ ਆ, ਐਂਡੇ ਦਾ ਕੈਂਸਰ ਹੁੰਦਾ, ਅਗਰ ਤੁਸੀਂ ਨਹੀਂ ਪ੍ਰੀਕਾਸ਼ਨ ਕਰਦੇ ਤਾਂ ਐਂਡ 'ਚ ਕੈਂਸਰ ਬਣਦੀ ਬਿਮਾਰੀ। ਇਹ ਮੇਰੀ ਖੁਦ ਦੀ ਡਾਕਟਰ ਨੂੰ ਵੀ ਪਤਾ ਹੈ ਨਾ। ਤੇ ਆਪਾਂ ਅਗਰ ਸੋਚੀ ਵੀ ਅੱਜ ਖਾ ਲਿਆ ਥੋੜਾ ਜਿਹਾ ਪ੍ਰਸ਼ਾਦ ਹੀ ਗੁਰਦੁਆਰੇ ਦਾ ਖਾ ਲਿਆ ਜਾਂ 6 ਮਹੀਨੇ 'ਚ ਇੱਕ ਬਾਈਟ ਖਾ ਲਈ, ਉਹ 6 ਮਹੀਨੇ ਬੈਕ ਜਾਂਦਾ, ਉਹ ਉਹਦੇ ਤੇ ਅਟੈਕ ਕਰੇਗਾ। ਕੋਈ ਕਈ ਬੱਚਿਆਂ ਨੂੰ ਹੁੰਦਾ ਸਾਲ 2 4 5 ਸਾਲ ਅਸਰ ਨਹੀਂ ਕਰਦਾ, ਉਸ ਤੋਂ ਬਾਅਦ ਉਹਨੇ ਆਰਗਨ ਤੇ ਅਟੈਕ ਕਰਨਾ। ਬਟ ਲੋਕਾਂ ਨੂੰ ਸਿਰਫ ਅਵੇਅਰਨੈਸ ਵਾਸਤੇ ਮੈਂ ਇਹ ਕਰਨੀ ਹੁੰਦੀ ਹੈ ਕਿ ਇੰਨਾ ਹੀ ਪ੍ਰੀਕਾਸ਼ਨ ਰੱਖੋ ਕਿ ਤੁਹਾਡਾ ਬੱਚਾ ਠੀਕ ਹੈ। ਸਾਊਥ ਇੰਡੀਅਨਸ ਵੀਟ ਨਹੀਂ ਖਾਂਦੇ ਹੈ ਨਾ, ਕਿਆ ਉਹ ਜਿੰਦੇ ਨਹੀਂ ਹੈ? ਉਹ ਲੋਕ ਰਾਈਸ ਯੂਜ਼ ਕਰਦੇ ਆ ਔਰ ਸਾਡੇ ਨਾਲੋਂ ਜ਼ਿਆਦਾ ਐਕਟਿਵ ਹੈ ਨਾ। ਤਾਂ ਆਪਾਂ ਉਸ ਚੀਜ਼ ਨੂੰ ਆਪਣੀ ਲਾਈਫ 'ਚ ਸਕਿਪ ਕਿਉਂ ਨਹੀਂ ਕਰਦੇ? ਅੱਜ ਕੱਲ੍ਹ ਤਾਂ ਲੋਕੀ ਵਿਗਨ ਦੁੱਧ ਛੋੜ ਰਿਹਾ ਹੈ ਨਾ, ਚੀਨੀ ਛੋੜਦੇ ਪਏ, ਸ਼ੂਗਰ ਪੇਸ਼ੈਂਟਸ ਹੋ ਰਹੇ। ਤਾਂ ਮੈਂ ਬਹੁਤ ਸਾਰੇ ਲੈਕਟੋਜ਼ ਫ੍ਰੀ ਪ੍ਰੋਡਕਟ ਬਣਾਉਣੇ ਸ਼ੁਰੂ ਕੀਤੇ। ਮੇਰੇ ਕੋਲ ਬੱਚੇ ਹਨ ਜਿਨ੍ਹਾਂ ਨੂੰ ਵੀਟ ਐਲਰਜੀ ਦੇ ਨਾਲ ਸ਼ੂਗਰ ਵੀ ਹੈ। ਹੁਣ ਘੱਟੋ ਘੱਟ 8 ਤੋਂ 10 ਪ੍ਰੋਡਕਟ ਮੈਂ ਉਹਨਾਂ ਦੇ ਵੀ ਰੈਡੀ ਕਰਦੀ ਹਾਂ। ਜਿਨ੍ਹਾਂ ਬੱਚਿਆਂ ਨੂੰ, ਹੁਣ ਛੋਟਾ ਜਿਹਾ ਬੱਚਾ ਉਹਨੂੰ ਲੈਕਟੋਜ਼ ਤੋਂ ਪ੍ਰੋਬਲਮ ਹੋ ਗਈ ਤਾਂ ਉਹਨੂੰ ਕੁਛ ਤਾਂ ਐਟਲੀਸਟ ਦੇਣਾ ਹੈ ਨਾ। ਤਾਂ ਉਹਦਾ ਵੀ ਆਪਸ਼ਨ ਅਸੀਂ ਕੀਤਾ ਕਿ ਉਹਨੂੰ ਅਦਰ ਗ੍ਰੇਨਸ ਦੇ ਵਿੱਚ ਸਬਸਟੀਟਿਊਟ ਲੈ ਕੇ ਕੀਤਾ। ਸੋ ਅੱਜ ਦੇ ਟਾਈਮ ਤੇ ਜਿਸ ਅਨਮੋਲ ਦੀ ਅਸੀਂ ਗੱਲ ਕਰ ਰਹੇ ਹੈਗੇ ਹਾਂ, ਉਹ ਕੀ ਕਰ ਰਿਹਾ ਅੱਜ ਦੇ ਸਮੇਂ ਦੇ ਵਿੱਚ? ਅਨਮੋਲ ਹੁਣ 20ਵਾਂ ਸਾਲ ਸਟਾਰਟ ਹੋ ਗਿਆ। 1.5 ਸਾਲ ਦਾ ਉਹ ਬੱਚੇ ਨੇ ਵੀਟ ਛੱਡੀ ਹੈ। ਅੱਜ ਤੱਕ ਉਹ ਵੀਟ ਕਦੇ ਵੀ ਟੱਚ ਨਹੀਂ ਕੀਤਾ, ਉਹਨੇ ਟੇਸਟ ਨਹੀਂ ਕੀਤਾ। ਐਂਡ ਉਹ ਮੇਰਾ ਬੱਚਾ, ਛੋਟਾ ਜਿਹਾ ਬੱਚਾ, ਮੇਕਅਪ ਆਰਟਿਸਟ ਹੈ ਜੀ ਅਨਮੋਲ ਕੌਰ ਦੇ ਨਾਂ 'ਤੇ। ਐਂਡ ਉਹਨੂੰ ਦੇਖੋ, ਉਹ ਇਹ ਬੱਚੇ ਇੰਨੇ ਜ਼ਿਆਦਾ ਐਨਰਜਿਕ ਹੈ, ਇੰਨੇ ਜ਼ਿਆਦਾ ਇਹਨਾਂ ਦੀ ਕੈਚਿੰਗ ਪਾਵਰ ਹੈ ਕਿ ਤੁਸੀਂ ਅਗਰ ਉਹ 17 ਸਾਲ ਦੇ ਬੱਚੇ ਨੇ ਆਫੀਸ਼ੀਅਲੀ ਮੇਕਅਪ ਆਰਟਿਸਟ ਦਾ ਕੰਮ ਸਟਾਰਟ ਕਰਤਾ। ਅੱਜ ਉਹ ਬ੍ਰਾਈਡਲ ਸਪੈਸ਼ਲਿਸਟ ਹੈ। ਉਹ ਇੱਕ 19-20 ਸਾਲ ਦਾ ਬੱਚਾ ਬ੍ਰਾਈਡਲਸ ਨੂੰ ਰੈਡੀ ਕਰਦਾ, ਤਾਂ ਮੇਰੇ ਲਈ ਬਹੁਤ ਪ੍ਰਾਊਡ ਹੈ। ਸਭ ਤੋਂ ਵੱਡੀ ਗੱਲ, ਇਹ ਜਿਹੜੇ ਸਿਲਿਕ ਹੈ ਇਹ ਬਹੁਤ ਜ਼ਿਆਦਾ ਆਮ ਬੱਚੇ ਨਾਲੋਂ, ਇਹਨਾਂ ਨੂੰ ਜਿੱਦਾਂ ਕਹਿੰਦੇ ਨਾ ਵੀ ਅਗਰ ਇਹ ਕਿਸੇ ਚੀਜ਼ ਨੂੰ ਲੈਣਾ, ਦੇਖਣਾ ਜਾਂ ਸਿੱਖਣਾ, ਇਹਨਾਂ ਦੀ ਪਾਵਰ ਡਬਲ ਹੈ ਨੋਰਮਲ ਵੀਟ ਈਟਰ ਨਾਲੋਂ। ਜਿਹੜੇ ਸਿਲਿਕ ਹੈ, ਹੁਣ ਲੇਡੀ ਗਾਗਾ ਸਿਲਿਕ ਹੈ, ਬਿਲ ਕਲਿੰਟਨ ਦੀਆਂ ਦੋਨੋਂ ਬੇਟੀਆਂ ਸਿਲਿਕ ਹੈ, ਹਰਨਾਜ਼ ਕੌਰ ਸਿਲਿਕ ਹੈ, ਦੁਨੀਆ ਦਾ ਵਰਲਡ ਦਾ ਜਿਹੜਾ ਮੈਜੀਸ਼ੀਅਨ ਹੈ ਡਾਇਨਮੋ, ਉਹ ਸਿਲਿਕ ਹੈ। ਇਹ ਲੋਕ ਜ਼ਿਆਦਾ ਸਾਡੇ ਨਾਲੋਂ ਪੋਟੈਂਸ਼ੀਅਲ ਹੈ, ਇਹ ਸਾਡੇ ਨਾਲੋਂ ਜ਼ਿਆਦਾ ਇਮਿਊਨਿਟੀ ਰੱਖਦੇ। ਸਭ ਤੋਂ ਵੱਡੀ ਗੱਲ ਮੇਰੇ ਲਈ, ਤੁਸੀਂ ਕੋਵਿਡ ਦੀ ਗੱਲ ਕਰ ਰਹੇ ਸੀ ਨਾ, ਤਾਂ ਕੋਵਿਡ ਦੇ ਵਿੱਚ ਇਹ ਇਮਿਊਨਿਟੀ ਦੀ ਗੇਮ ਹੈ ਐਕਚੁਅਲ 'ਚ। ਜਿਹੜੀ ਵੀਟ ਐਲਰਜੀ ਇਮਿਊਨਿਟੀ ਦੀ ਗੇਮ ਹੈ। ਤੇ ਕੋਵਿਡ ਦੇ ਟਾਈਮ ਬੜੀ ਟੈਨਸ਼ਨ ਸੀ ਕਿ ਇਹਨਾਂ ਦੀ ਇਮਿਊਨਿਟੀ ਵੀਕ ਹੈ। ਟੱਚ ਵੁੱਡ, ਮੇਰੇ ਕਿਸੇ ਵੀ ਸਿਲਿਕ ਨੂੰ ਕੋਵਿਡ ਨਹੀਂ ਹੋਇਆ। ਇੱਕ ਸਿੰਗਲ ਵੀ ਕੋਵਿਡ ਸਿਲਿਕ ਨਹੀਂ ਸੀ, ਕਿਉਂਕਿ ਇਹਨਾਂ ਦੀ ਇਮਿਊਨਿਟੀ ਬੜੀ ਸਟਰੋਂਗ ਹੋ ਗਈ। ਇਹ ਵੀਟ ਖਾ ਨਹੀਂ ਰਹੇ। ਹੁਣ ਜਿਹੜਾ ਅੱਜ ਦੀ ਡੇਟ 'ਚ ਵੀਟ ਆਉਂਦਾ ਪਿਆ, ਉਹ ਵਿਦ ਕੈਮੀਕਲ ਹੈ ਬਹੁਤ ਜ਼ਿਆਦਾ, ਫਰਟੀਲਾਈਜ਼ਰਸ ਓਵਰ ਯੂਜ਼ਸ ਹੈ ਨਾ। ਕਿਸੇ ਚੀਜ਼ ਨਹੀਂ ਵੀ ਨੀਡ ਤਾਂ ਉਹ ਇੱਕ ਖੇਤ 'ਚ ਅਗਰ 2 ਦੀ ਲੋੜ ਹੈ ਤਾਂ ਉਹਨਾਂ ਨੇ ਕਹਿਣਾ 3 ਪਾ ਦਿਓ, ਝਾੜ ਵੱਧ ਜਾਏਗਾ। ਬਟ ਉਹ ਝਾੜ ਵਧਾਉਣ ਦੇ ਚੱਕਰ 'ਚ ਜਿਹੜੀ ਨਿਊ ਜਨਰੇਸ਼ਨ ਆ ਰਹੀ ਹੈ, ਉਹ ਤਾਂ ਵੀਟ ਸਕਿਪ ਕਰੀ ਜਾ ਰਹੀ ਹੈ। ਲੋਕੀ ਕੀਟੋ ਫੂਡ ਤੇ ਹੋਈ ਜਾ ਰਿਹਾ, ਗਲੂਟਨ ਫ੍ਰੀ ਡਾਈਟ ਨਾਰਮਲ ਬੰਦੇ ਲਈ ਜਾ ਰਿਹਾ। ਡਾਈਟੀਸ਼ੀਅਨਸ ਕਹਿ ਰਹੇ ਆ ਵੀ ਤੁਸੀਂ ਹਫਤੇ 'ਚ 1-2 ਵਾਰ ਗਲੂਟਨ ਫ੍ਰੀ ਡਾਈਟ ਖਾਓ। ਅਸੀਂ ਖੁਦ ਖਾਣੇ, ਮੈਂ ਖੁਦ ਕੰਜ਼ਿਊਮ ਕਰਦੀ ਹਾਂ, ਮੈਨੂੰ ਇੰਨੇ ਸਾਲ ਹੋ ਗਏ। ਮੇਰੀ ਕਿਚਨ ਦੇ ਵਿੱਚ ਕੋਈ ਵੀਟ ਨਹੀਂ ਹੈ। ਮੇਰੀ ਕਿਚਨ ਤੋਂ ਬਾਹਰ ਵੀਟ ਦੀ ਚਪਾਤੀ ਬਣਦੀ ਹੈ। ਐਂਡ ਮੇਰੀ ਜਿਹੜੀ ਕਿਚਨ ਦਾ ਆਲਮੋਸਟ ਟੋਟਲੀ ਗਲੂਟਨ ਫ੍ਰੀ। ਤਕਰੀਬਨ ਤੁਹਾਡੇ ਕੋਲ ਹੁਣ ਤਾਂ ਡਾਟਾ ਵੀ ਹੋਣਾ, ਕਿਉਂਕਿ ਅਕਸਰ ਤੁਸੀਂ ਹਸਪੀਟਲਾਂ 'ਚ ਵੀ ਜਾਂਦੇ ਹੈਗੇ ਹੋ, ਤੁਹਾਡਾ ਸਮਾਨ ਵੀ ਬਾਹਰ ਜਾਂਦਾ। ਤਕਰੀਬਨ ਇੰਡੀਆ ਵਿੱਚ ਇਹ ਬਿਮਾਰੀ ਕਿੰਨੇ ਪ੍ਰਤੀਸ਼ਤ ਹੈਗੀ ਹੈ? ਤਕਰੀਬਨ ਕਿੰਨੇ ਲੋਕਾਂ ਦੇ ਵਿੱਚ ਹੋਣੀ ਹੁਣ ਤੱਕ? ਮੈਂ ਹੁਣ ਤਾਂ ਸਹੀ ਪੁੱਛਿਆ ਤਾਂ ਕੈਲਕੂਲੇਟ ਕਰਦੀ 5 to 10% ਹੋ ਚੁੱਕਾ, ਕਿਉਂਕਿ ਜੋ ਡਾਟਾ ਇਸ ਟਾਈਮ ਆ ਰਿਹਾ ਹੈ ਨਾ, ਤੇ ਕੁਝ ਤਾਂ ਵੈਸੇ ਵੀਟ ਛੋੜ ਰਹੇ ਲੋਕ, ਵੈਸੇ ਆਪਣੇ ਆਪ ਨੂੰ ਫਿੱਟ ਕਰਨ ਲਈ ਉਹਨਾਂ ਨੂੰ ਲੱਗਦਾ ਕਿ ਵੀਟ ਅਨਹੈਲਦੀ ਹੈ। ਵੀਟ ਇੱਕ ਟਾਈਮ ਹੁੰਦਾ ਸੀ ਬਹੁਤ ਗੁੱਡ ਹੁੰਦੀ ਸੀ ਜਦੋਂ ਆਰਗੈਨਿਕਸ ਬਣਦੀ ਸੀ। ਹੁਣ ਬਣਦੀ ਹੈ ਕੈਮੀਕਲਸ ਤੋਂ। ਉਹ ਕਿਤੇ ਨਾ ਕਿਤੇ ਸਾਡਾ ਜਿਹੜਾ ਇਮਿਊਨ ਆ ਉਹਨੂੰ ਲਾਸ ਕਰਦੀ ਹੈ। ਮੈਂ ਕਹੂੰਗੀ ਵੀਟ ਹੈ, ਜਿਹੜੇ ਵੀਟ ਈਟਰ ਹੈ ਐਂਡ ਨਾਰਮਲ, ਦੋਨਾਂ ਬੱਚਿਆਂ ਨੂੰ ਬਿਠਾ ਲਓ, ਮੈਂਟਲੀ ਉਹ ਜ਼ਿਆਦਾ ਸਟਰੋਂਗ ਹੋਏਗਾ ਜਿਹੜਾ ਵੀਟ ਫ੍ਰੀ ਖਾ ਰਿਹਾ। ਤੇ ਆਪਾਂ ਅਗਰ ਕਹੀਏ ਬੱਚਿਆਂ ਨੂੰ, ਜੇ ਉਹਨਾਂ ਨੂੰ ਮਿਲਟਸ 'ਤੇ ਜਾਂ ਅਦਰ ਗ੍ਰੇਨਸ 'ਤੇ ਲਾਉਂਦੇ ਹੋ ਤਾਂ ਉਹ ਜ਼ਿਆਦਾ ਹੈਲਦੀ ਹੈ। ਔਰ ਸਭ ਤੋਂ ਵੱਡੀ ਗੱਲ, ਬਾਹਰ ਜਾ ਕੇ ਅਨਹੈਲਦੀ ਫੂਡ ਇਹ ਬੱਚਾ ਨਹੀਂ ਖਾਂਦਾ। ਅਗਰ ਇਹ ਜਿਵੇਂ ਹੁਣ ਮੇਰੀ ਬੇਟੀ ਹੈ, ਫ੍ਰੀਲੈਂਸਰ ਆ, ਮੋਸਟਲੀ ਡਰਾਈਵਿੰਗ ਤੇ ਉਹਦਾ ਬਾਹਰ ਰਹਿੰਦੀ ਹੈ, ਤਾਂ ਉਹਦੀ ਗੱਡੀ ਦੇ ਵਿੱਚ ਉਹਦਾ ਖਾਣ ਪੀਣ ਦਾ ਸਮਾਨ ਆਲਵੇਜ਼ ਹੁੰਦਾ। ਉਹ ਸਿਰਫ ਸਨੈਕਸ ਦੇ ਵਿੱਚ ਅਗਰ ਕਹੀਏ ਤਾਂ ਉਹ ਆਪਣਾ ਕਿਤੇ ਬਾਹਰ ਗਈ ਤਾਂ ਉਹਨੇ ਕੋਲਡ ਡਰਿੰਕ, ਮਿਲਕ, ਜਿਵੇਂ ਸਪਰਾਈਟ ਲੈ ਲਿਆ, ਦੁੱਧ ਲੈ ਲਿਆ। ਔਰ ਇਹ ਗੱਡੀ ਦੇ ਵਿੱਚ ਅਸੀਂ ਐਕਸਟੈਂਸ਼ਨਸ ਲਵਾ ਕੇ ਦਿੱਤੀ ਕਿ ਫੂਡ ਜਦੋਂ ਲਾਏਗੀ ਗਰਮ ਹੋ ਜਾਏਗਾ।
ਐਂਡ ਫ੍ਰਿਜ ਹੁੰਦਾ, ਉਹਦੇ ਸਾਰੇ ਰੈਡੀ ਟੂ ਈਟ ਸਨੈਕਸ ਹੈ, ਜਿੱਥੇ ਮਰਜ਼ੀ ਗਰਮ ਕਰੇ ਔਰ ਈਜ਼ੀਲੀ ਖਾ ਲੇ। ਔਰ ਅੱਜ ਦੀ ਡੇਟ 'ਚ ਈਜ਼ੀਲੀ ਅਵੇਲੇਬਲ ਹੈ, ਕੰਪਨੀ ABCD ਜੋ ਮਰਜ਼ੀ ਆਈ ਜਾਣ। ਬਟ ਜਦ ਤੱਕ ਤੁਸੀਂ ਇਸ ਚੀਜ਼ ਨੂੰ ਦਿਲੋਂ ਨਹੀਂ ਨਾ ਫੀਲ ਕਰਦੇ ਕਿ ਯਾਰ ਇਹ ਉਹ ਗੇਮ ਨਹੀਂ ਹੈ, ਇਹ ਕਮਰਸ਼ੀਅਲ ਗੇਮ ਨਹੀਂ ਹੈ ਕਿ ਅਸੀਂ ਪੈਸਾ ਲੈਣਾ ਹੈ ਨਾ, ਪੈਸਾ ਸਾਰੀ ਦੁਨੀਆ ਕਮਾਉਂਦੀ ਵੀ ਹੈ। ਬਟ ਜੋ ਇਹ ਬੱਚੇ ਇਹਨਾਂ ਨੂੰ ਮੈਡੀਕਲ ਪ੍ਰੋਬਲਮ ਹੈ, ਅਗਰ ਤੁਸੀਂ ਉਹਨੂੰ ਇਹ ਸਮਝਦੇ ਨਹੀਂ ਨਾ ਤੇ ਗਮ ਕੈਮੀਕਲਸ ਐਕਸੈਸ ਯੂਜ਼ ਕਰਦੇ ਹੋ ਵੀ ਚਲੋ ਕੋਈ ਗੱਲ ਨਹੀਂ, ਇਸ ਚੀਜ਼ ਦੀ ਸ਼ੈਲਫ ਲਾਈਫ ਵਧਾ ਦੀ, ਕੀ ਜ਼ਰੂਰਤ ਹੈ? ਮੈਂ ਕੋਈ ਕੈਮੀਕਲ ਨਹੀਂ ਯੂਜ਼ ਕਰਦੀ। ਤੁਸੀਂ ਇੱਕ ਬਰਥਡੇ ਪਾਰਟੀ ਆਪਣੀ ਬੇਟੀ ਦਾ ਬਹੁਤ ਧੂਮਧਾਮ ਨਾਲ ਸੈਲੀਬ੍ਰੇਟ ਕਰਦੇ ਹੋ, ਬਿਲਕੁਲ ਬਿਲਕੁਲ। ਉਹਦੇ 'ਚ ਕਿੱਦਾਂ ਦੇ ਬੱਚੇ ਆਉਂਦੇ? ਐਕਚੁਅਲੀ ਜਦੋਂ ਮੇਰੀ ਬੇਟੀ ਦਾ ਕੋਵਿਡ ਤੋਂ ਪਹਿਲਾਂ ਵੀਟ ਐਲਰਜੀ ਦੇ ਅਸੀਂ ਬੱਚੇ ਬੁਲਾਉਂਦੇ ਸੀ, ਸਾਰੇ ਸਿਲਿਕ ਆਉਂਦੇ ਸੀ, 100-150 ਜਿੰਨੀ ਵੀ ਉੱਥੇ ਗੈਦਰਿੰਗ ਹੁੰਦੀ ਸੀ ਸਾਰੇ ਸਿਲਿਕ ਹੁੰਦੇ ਸੀ। ਐਂਡ ਨੋਰਮਲ ਅਗਰ ਵੀ ਆਇਆ ਤਾਂ ਉਹ ਵੀ ਗਲੂਟਨ ਫ੍ਰੀ ਖਾਏਗਾ। ਅੱਜ ਦੀ ਡੇਟ ਜਿਵੇਂ ਹੁਣ ਬੱਚੇ ਵੱਡੇ ਹੋ ਗਏ ਹੈ ਨਾ, ਕੋਵਿਡ ਤੋਂ ਬਾਅਦ ਜ਼ਿਆਦਾ ਕਰਾਊਡ ਵੀ ਨਹੀਂ ਕਰ ਸਕਦੇ, ਤਾਂ ਅੱਜ ਵੀ ਅਗਰ ਉਹ ਜਦੋਂ 25-30-40 ਦੋਸਤ ਆਉਂਦੇ ਆ ਤਾਂ ਸਾਰੇ ਗਲੂਟਨ ਫ੍ਰੀ ਫੂਡ ਹੀ ਖਾਂਦੇ ਆ। ਔਰ ਜਦੋਂ ਵੀ ਉੱਥੇ ਕੈਟਰਿੰਗ ਹੁੰਦੀ ਹੈ ਮੈਂ ਟੋਟਲੀ ਗਲੂਟਨ ਫ੍ਰੀ ਬਣਵਾਉਣੀ ਹੈ ਤਾਂ ਕਿ ਉਹ ਸਾਰੇ ਬੱਚੇ ਬੜਾ ਇੰਜੋਏ ਕਰਦੇ ਆ। ਕੇਕਸ ਬਣਦੇ ਆ, ਜਿੰਨੇ ਵੀ ਉਹਨਾਂ ਨੇ ਕੇਕਸ ਕੱਟ ਕਰਨੇ ਆ ਜਾਂ ਕੁਝ ਕਰਨਾ, ਉਹ ਸਾਰੇ ਗਲੂਟਨ ਫ੍ਰੀ ਹੈ। ਐਟਲੀਸਟ ਉਹਨਾਂ ਨੂੰ ਇੱਕ ਤਾਂ ਮੇਰੀ ਬੇਟੀ ਨੂੰ ਫੀਲ ਨਹੀਂ ਹੁੰਦਾ ਕਿ ਮੈਂ ਕੁਝ ਹੋਰ ਖਾ ਰਹੀ, ਦੂਜਾ ਉਹ ਸਾਰੇ ਉਹਦੇ ਫਰੈਂਡ ਉਹਨੂੰ ਬੂਸਟ ਕਰਦੇ ਆ ਕਿ ਨਹੀਂ ਇੰਜੋਏ ਕਰ, ਇਹ ਚੀਜ਼ ਮਾੜੀ ਨਹੀਂ ਹੈ। ਉਹ ਖੁਦ ਸਾਰੇ ਹੀ ਖਾਂਦੇ। ਸੋ ਜਾਂਦੇ ਹੁਣ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਸਪੈਸ਼ਲੀ ਪੇਰੈਂਟਸ ਨੂੰ? ਪੇਰੈਂਟਸ ਨੂੰ ਮੈਂ ਸਿਰਫ ਇੱਕ ਰਿਕੁਐਸਟ ਕਰੂੰਗੀ, ਤੁਸੀਂ ਕੋਈ ਵੀ ਫੂਡ ਲੈਂਦੇ ਹੋ, ਕੋਈ ਵੀ ਚੀਜ਼ ਲੈਂਦੇ ਹੋ, ਪਹਿਲਾਂ ਉਹਦੀ ਕੰਪਨੀ ਦੀ ਕਹਿੰਦੇ ਨਾ ਇਨਕੁਆਇਰੀ ਜ਼ਰੂਰ ਕਰੋ। ਗਲੂਟਨ ਫ੍ਰੀ ABCD ਬਹੁਤ ਬਣਾ ਰਹੀ ਹਾਂ, ਬਟ ਐਟਲੀਸਟ ਇਹ ਜ਼ਰੂਰ ਦੇਖੋ ਕਿ ਤੁਹਾਡੇ ਬੱਚੇ ਲਈ ਉਹ ਸੇਫ ਹੈ। ਕਿ ਦੁਕਾਨਾਂ ਤੇ ਚੱਕੀਆਂ ਤੇ ਗਲੂਟਨ ਫ੍ਰੀ ਪ੍ਰੋਡਕਟ ਲਾ ਕੇ ਬਹਿ ਗਏ, ਆਟਾ ਬਣਾਉਂਦੇ, ਉਹਦੀ ਤਾਂ ਡਸਟ ਵੀ ਨਹੀਂ ਜਾ ਸਕਦੀ, ਫਿਰ ਚੱਕੀਆਂ ਵਾਲਾ ਕਿੱਦਾਂ ਦੇ ਸਕਦਾ? ਜਾਂ ਜੋ ਮਸਾਲੇ ਬੀਟ ਕਰਦੇ ਉਹ ਇਹ ਚੀਜ਼ ਨੂੰ ਕਿੱਦਾਂ ਕਰੇਗਾ? ਮੈਨੂੰ ਨਹੀਂ ਸਮਝ ਆਉਂਦੀ। ਮੈਂ ਇਹੀ ਪੇਰੈਂਟਸ ਨੂੰ ਰਿਕੁਐਸਟ ਕਰੂੰਗੀ, ਜੇ ਤੁਹਾਡਾ ਬੱਚਾ ਸਿਲਿਕ ਹੈ, ਅਵੇਅਰ ਰਹੋ, ਉਹਨੂੰ ਸਟਿਕ ਗਲੂਟਨ ਫ੍ਰੀ ਡਾਈਟ ਦਿਓ, ਵਧੀਆ ਡਾਈਟ ਦਿਓ, ਉਹਨੂੰ ਮੈਂਟਲੀ ਵੀ ਨਾਲ ਉਹਨੂੰ ਸਪੋਰਟ ਕਰੋ ਕਿ ਤੈਨੂੰ ਕੋਈ ਪ੍ਰੋਬਲਮ ਨਹੀਂ ਹੈ। ਕਿਉਂਕਿ ਬੱਚਾ ਥੋੜਾ ਐਂਬੈਰਸ ਕਿਸੇ ਟਾਈਮ ਫੀਲ ਕਰਦਾ, ਉਹਨੂੰ ਟਰੋਮਾ ਹੈ ਕਿ ਮੈਂ ਵੀਟ ਨਹੀਂ ਖਾ ਰਿਹਾ ਹੈ ਨਾ, ਬਟ ਮੇਰੇ ਘਰ 'ਚ ਨਹੀਂ ਹੈ ਕਿਉਂਕਿ ਅਸੀਂ ਸਾਰਾ ਗਲੂਟਨ ਫ੍ਰੀ ਬਣਾਉਂਦੇ ਹਾਂ। ਸਾਡੇ ਘਰ ਨੂਡਲਸ, ਪਾਸਤਾਸ, ਅਸੀਂ ਕੁਝ ਵੀ ਬਣਾਉਣਾ ਅਸੀਂ ਕਾਮਨ ਸੇਮ ਬਣਾਉਂਦੇ ਹਾਂ। ਅਸੀਂ ਉਹਨੂੰ ਕਦੀ ਵੀ ਫੀਲ ਨਹੀਂ ਹੋਣ ਦਿੱਤਾ ਕਿ ਤੂੰ ਕੁਝ ਅਲੱਗ ਖਾ ਰਹੀ ਹੈ। ਸਾਡੇ ਘਰ ਬਿਸਕਿਟ ਸਾਰੇ ਗਲੂਟਨ ਫ੍ਰੀ ਯੂਜ਼ ਹੁੰਦੇ ਆ। ਐਂਡ ਆਪਾਂ ਜਦੋਂ ਕਿਤੇ ਬਾਹਰ ਆਊਟਿੰਗ ਲਈ ਵੀ ਜਾਂਦੇ ਹਾਂ ਤਾਂ ਜੋ ਉਹਨੇ ਆਰਡਰ ਸੀ ਕਰਨਾ ਹੁੰਦਾ, ਮੈਂ ਉਹ ਪਹਿਲਾਂ ਸੇਮ ਘਰੋਂ ਬਣਾ ਕੇ ਲੈ ਕੇ ਜਾਂਦੀ ਹਾਂ ਅਤੇ ਉਹੀ ਉੱਥੇ ਸਰਵ ਹੁੰਦਾ। ਬੱਚਿਆਂ ਨੂੰ ਥੋੜ੍ਹਾ ਜਿਹਾ ਪੈਂਪਰ ਕਰੋ, ਮੋਰਲ ਸਪੋਰਟ ਦਿਓ। ਇਹ ਬੱਚੇ ਬਹੁਤ ਕੀਮਤੀ ਹੈ। ਅਗਰ ਇਹਨਾਂ ਨੂੰ ਕਹੀਏ ਨਾ ਕਿ ਅਗਰ ਇਹਨਾਂ ਨੂੰ ਥੋੜ੍ਹਾ ਪੈਂਪਰ ਕਰੋਗੇ, ਬਹੁਤ ਬੋਲਡ ਹੈ, ਬਹੁਤ ਸਟਰੋਂਗ ਹੈ ਬੱਚੇ। ਥੈਂਕ ਯੂ, ਬਹੁਤ ਬਹੁਤ ਥੈਂਕ ਯੂ ਸੋ ਮਚ। ਸੋ ਦੋਸਤੋ, ਇਹ ਸੀਗੇ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਪ੍ਰਭਜੋਤ ਕੌਰ, ਜਿਨ੍ਹਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਆਪਣੀ ਬੇਟੀ ਨੂੰ ਬਚਾਉਣ ਵਾਸਤੇ। ਖੁਦ ਇਹ ਡਾਕਟਰ ਬਣੇ, ਅੱਜ ਤਕਰੀਬਨ 150 ਜ਼ਿਆਦਾ ਪ੍ਰੋਡਕਟ ਜਿਹੜੇ ਨੇ ਗਲੂਟਨ ਫ੍ਰੀ ਕਰ ਰਹੇ ਨੇ, ਬਹੁਤ ਸਾਰੇ ਬੱਚਿਆਂ ਦੀ ਲਾਈਫ ਨੂੰ ਵੀ ਇਹ ਬਚਾ ਰਹੇ ਹੈਗੇ ਨੇ। ਸੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ। ਲੁਧਿਆਣਾ ਲਾਈਵ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ। ਪ੍ਰੋਗਰਾਮ ਵਧੀਆ ਲੱਗੇ ਸੋ ਪਲੀਜ਼ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਹਰਜੀਤ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ। ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਾਈਵ।